ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਇਤਿਹਾਸ ਵਿੱਚ ਇੱਕ ਐਸਾ ਨਾਂ ਹੈ ਜਿਨ੍ਹਾਂ ਦਾ ਸਤਿਕਾਰ ਜਾਂ ਅਦਬ ਜੇ ਕਹੀਏ ਉਹਨਾਂ ਦੀ ਕੁਰਬਾਨੀ ਸਦਕਾ ਬੇਹੱਦ ਹੈ ਅਤੇ ਨਾਂ ਸੁਨਹਿਰੀ ਅੱਖਰਾਂ 'ਚ ਅੰਕਿਤ ਹੈ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਜਿੱਥੇ ਮਹਾਨ ਅਕਾਲੀ ਯੋਧੇ ਰਹੇ, ਜਿੱਥੇ ਸਮੂਹ ਪੰਜਾਬੀਆਂ ਦੀ ਨੁਮਾਇੰਦਗੀ ਕਰਦੇ ਰਹੇ, ਜਿੱਥੇ ਉਹਨਾਂ ਨੇ ਸ਼ਹਾਦਤ ਦਿੱਤੀ ਪੰਜਾਬੀ ਬੋਲਦੇ ਇਲਾਕਿਆਂ ਲਈ, ਪੰਜਾਬ ਨੂੰ ਚੰਡੀਗੜ੍ਹ ਦਿੱਤਾ ਜਾਏ ਇਸ ਦੇ ਲਈ, ਉੱਥੇ ਉਹਨਾਂ ਦੀ ਕੁਰਬਾਨੀ ਆਰੰਭ ਤੋਂ ਲੈ ਕੇ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਗੁਰਦੁਆਰਾ ਆਜ਼ਾਦੀ ਦੇ ਸੰਘਰਸ਼ ਤੋਂ ਲੈ ਕੇ ਹਮੇਸ਼ਾ ਚੱਲੀ। ਚਾਬੀਆਂ ਦਾ ਮੋਰਚਾ ਹੋਇਆ ਅਤੇ ਉਸ ਦੇ ਵਿੱਚ ਵੀ ਉਹ ਜਥੇਦਾਰ ਵਜੋਂ ਗ੍ਰਿਫਤਾਰੀ ਦੇਣ ਗਏ। ਗੁਰੂ ਕੇ ਬਾਗ ਦਾ ਮੋਰਚਾ, ਉਸ ਦੇ ਵਿੱਚ ਗ੍ਰਿਫਤਾਰੀ ਦਿੱਤੀ। ਉਸ ਤੋਂ ਬਾਅਦ ਸਿਮਲ ਨਾਫਰਮਾਨੀ ਐਲਾਨ ਦੇ ਵਿੱਚ ਵੀ, ਸੱਤਿਆਗ੍ਰਹਿ ਅੰਦੋਲਨਾਂ ਦੇ ਵਿੱਚ ਵੀ ਦਰਸ਼ਨ ਸਿੰਘ ਫੇਰੂਮਾਨ ਦੀ ਕੁਰਬਾਨੀ ਸੀ। ਇਹ ਵੀ ਹੋਇਆ ਕਿ ਇਸੇ ਦੌਰਾਨ ਜੇਲ੍ਹਾਂ ਦੇ ਵਿੱਚ ਜੋ ਸਿੰਘਾਂ ਨੂੰ ਉਹਨਾਂ ਦੇ ਜੋ ਸ਼ਸਤਰ ਖਾਸ ਕਰਕੇ ਕਛਹਿਰੇ ਪਹਿਨਣ ਦੀ ਇਜਾਜ਼ਤ ਨਹੀਂ ਸੀ, ਤਾਂ ਉਸ ਵੇਲੇ ਵੀ ਇਹਨਾਂ ਨੇ ਸੰਘਰਸ਼ ਕੀਤਾ, ਭੁੱਖ ਹੜਤਾਲ ਕੀਤੀ। ਇਹ ਭੁੱਖ ਹੜਤਾਲ ਦਾ ਉਹਨਾਂ ਦਾ ਨਤੀਜਾ ਸੀ ਕਿ ਇਹ ਮੰਗ ਮੰਨੀ ਗਈ ਅਤੇ ਉਹਨਾਂ ਨੂੰ ਇਹ ਇਜਾਜ਼ਤ ਮਿਲੀ ਅਤੇ ਬਾਕੀਆਂ ਲਈ ਵੀ ਰਾਹ ਖੁੱਲ੍ਹੇ। ਇਸ ਤੋਂ ਬਾਅਦ ਦੇਸ਼ ਦੀ ਵੰਡ ਹੋਈ 47 ਦੇ ਵਿੱਚ, ਤਾਂ ਫਿਰ ਵੀ ਉਹ ਆਪਣੇ ਸੰਘਰਸ਼ ਦੇ ਵਿੱਚ ਲਗਾਤਾਰ ਲੱਗੇ ਰਹੇ। ਪੰਜਾਬ ਦੇ ਵਿੱਚ ਉਹਨਾਂ ਦੀ ਅਗਵਾਈ ਖਾਸ ਤੌਰ 'ਤੇ ਰਹੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਜਨਰਲ ਸਕੱਤਰ ਵੀ ਰਹੇ। ਇਸ ਤੋਂ ਇਲਾਵਾ ਉਸ ਵੇਲੇ ਪੰਜਾਬ ਦੇ ਵਿੱਚ ਅਕਾਲੀ ਜਾਂ ਕਾਂਗਰਸ ਏਡੀ ਵੱਡੀ ਜਿਹੜੀ ਦੂਰੀ ਨਹੀਂ ਸੀ ਅਤੇ ਕਾਂਗਰਸ ਦੇ ਵੱਲੋਂ ਰਾਜ ਸਭਾ ਦੇ ਮੈਂਬਰ ਵੀ ਬਣਾਏ ਗਏ। ਸਿੱਖ ਆਗੂ ਦੇ ਤੌਰ 'ਤੇ ਉਹਨਾਂ ਦੀ ਖਾਸ ਪਛਾਣ ਸੀ, ਪਰ ਕੁੱਲ ਪੰਜਾਬੀਆਂ ਦੇ ਆਗੂ ਤੌਰ 'ਤੇ ਉਹ ਜਾਣੇ ਜਾਂਦੇ ਸਨ। ਇਸੇ ਦੌਰਾਨ ਕੀ ਹੋਇਆ ਕਿ ਪੰਜਾਬ ਦੀ ਵੰਡ ਕੀਤੀ ਗਈ, ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ ਕੱਟ ਦਿੱਤੇ ਗਏ ਅਤੇ ਇਸ ਦੇ ਨਾਲ ਨਾਲ ਚੰਡੀਗੜ੍ਹ ਪੰਜਾਬ ਨੂੰ ਨਾਂ ਦੇਣ ਦਾ ਇੱਕ ਜਿਹੜਾ ਇਹੋ ਜਿਹਾ ਫਰਮਾਨ ਸੀ, ਉਸ ਦੇ ਖਿਲਾਫ ਉਹਨਾਂ ਨੇ ਸੰਘਰਸ਼ ਕੀਤਾ। ਇਹਨਾਂ ਤੋਂ ਪਹਿਲਾਂ ਕੁਝ ਆਗੂਆਂ ਨੇ, ਜਿਨ੍ਹਾਂ 'ਚ ਸੰਤ ਫਤਿਹ ਸਿੰਘ ਵਗੈਰਾ ਕੁਝ ਹੋਰ ਨਾਮ ਸਨ, ਜਿਨ੍ਹਾਂ ਨੇ ਇਹ ਕਿਹਾ ਕਿ ਅਸੀਂ ਇਸ ਦੇ ਲਈ ਭੁੱਖ ਹੜਤਾਲ ਕਰਾਂਗੇ, ਆਪਣੇ ਆਪ ਨੂੰ ਕੁਰਬਾਨ ਕਰ ਦਿਆਂਗੇ। ਹਵਨ ਕੁੰਡ ਤਿਆਰ ਕਰਾਇਆ ਗਿਆ, ਪਰ ਉਹ ਦੌੜ ਗਏ। ਉਹਨਾਂ ਨੇ ਸਮਝੌਤਾ ਕਰ ਲਿਆ, ਜੂਸ ਦੇ ਗਲਾਸ ਪੀ ਕੇ ਸਰਕਾਰ ਨੇ ਉਹਨਾਂ ਦੇ ਵਰਤ ਵੀ ਖੁਲਾ ਦਿੱਤੇ, ਸਾਰਾ ਕੁਝ ਹੋਇਆ। ਪਰ ਅਰਦਾਸ ਨੂੰ ਤੋੜ ਦੇਣਾ, ਪ੍ਰਣ ਨਾ ਨਿਭਾਉਣਾ, ਇਸ ਗੱਲ ਨੂੰ ਲੈ ਕੇ ਸਭ ਤੋਂ ਵੱਡੀ ਜਿਹੜੀ ਭਾਵਨਾ ਸੀ ਉਹ ਸ਼ਹੀਦ ਭਾਈ ਦਰਸ਼ਨ ਸਿੰਘ ਫੇਰੂਮਾਨ ਜੀ ਦੀ ਨਜ਼ਰ ਆਈ। 15 ਅਗਸਤ ਦਾ ਦਿਨ ਸੀ, ਜਿਸ ਦਿਨ ਨੂੰ ਭਾਰਤ ਦੀ ਆਜ਼ਾਦੀ ਦਾ ਦਿਨ ਕਿਹਾ ਜਾਂਦਾ ਹੈ। 1969, 84 ਸਾਲ ਦੀ ਉਮਰ, ਬਜ਼ੁਰਗ ਅਵਸਥਾ, ਅਤੇ ਇਸ ਅਵਸਥਾ ਦਾ ਇੱਕ ਸ਼ਖਸ ਜਿਹੜਾ ਹੈ ਉਹ ਇਸ ਗੱਲ ਲਈ ਭੁੱਖ ਹੜਤਾਲ ਕਰਦਾ ਕਿ ਮੇਰੇ ਤੋਂ ਪਹਿਲੇ ਆਗੂ ਜਿਨ੍ਹਾਂ ਨੇ ਅਰਦਾਸਾਂ ਤੋੜੀਆਂ, ਪ੍ਰਣ ਨਹੀਂ ਨਿਭਾਏ, ਉਹਨਾਂ ਦੀ ਉਸ ਗਲਤੀ ਦੇ ਲਈ ਮੈਂ ਮਾਫੀ ਮੰਗਦਾ ਅਤੇ ਮੈਂ ਇਸ ਰਸਤੇ 'ਤੇ ਚੱਲਦਾ। ਜੇਕਰ ਪੰਜਾਬ ਨੂੰ ਚੰਡੀਗੜ੍ਹ ਜਾਂ ਪੰਜਾਬੀ ਬੋਲਦੇ ਇਲਾਕੇ ਨਾ ਦਿੱਤੇ ਗਏ ਤਾਂ ਮੈਂ ਆਪਣਾ ਪ੍ਰਣ ਨਿਭਾਵਾਂਗਾ। ਅਤੇ ਅਰਦਾਸ ਦੀ ਮਹੱਤਤਾ ਤੋਂ ਜਾਣੂ ਹੋ ਕੇ ਅਖੀਰ ਤੱਕ ਉਹ ਲੱਗੇ ਰਹੇ। ਕਰੀਬ 74 ਦਿਨਾਂ ਦੇ ਬਾਅਦ ਜਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਸੀ ਸਰੀਰ ਦੀ, ਉਹ ਜਿਸ ਤਰ੍ਹਾਂ ਨਾਜ਼ੁਕ ਹੁੰਦੀ ਗਈ ਅਤੇ ਆਖਿਰਕਾਰ 27 ਅਕਤੂਬਰ ਨੂੰ ਉਹਨਾਂ ਦੀ ਸ਼ਹਾਦਤ ਹੋਈ। ਭਾਈ ਦਰਸ਼ਨ ਸਿੰਘ ਫੇਰੂਮਾਨ ਜਿਨ੍ਹਾਂ ਦੇ ਇਸ ਦਿਨ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ। ਦੁੱਖ ਦੀ ਗੱਲ ਹੈ ਕਿ ਨਾ ਤਾਂ ਅਕਾਲੀ ਕਾਂਗਰਸੀ ਇਹ ਸੰਸਥਾਵਾਂ ਜਿਨ੍ਹਾਂ ਦੇ ਉਹ ਕਦੇ ਰਾਜ ਸਭਾ ਦੇ ਮੈਂਬਰ ਜਾਂ ਸ਼੍ਰੋਮਣੀ ਕਮੇਟੀ ਦੇ ਆਗੂ ਰਹੇ, ਉਹਨਾਂ ਨੇ ਗੰਭੀਰਤਾ ਨਾਲ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੂੰ ਯਾਦ ਕੀਤਾ, ਨਾ ਪੰਜਾਬੀ ਬੋਲ ਲਈ, ਪੰਜਾਬੀਆਂ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ, ਆਪਣੇ ਆਪ ਨੂੰ ਪੰਜਾਬੀ ਜ਼ੁਬਾਨ ਦਾ ਦਾਅਵੇਦਾਰ ਅਖਵਾਉਣ ਵਾਲੀਆਂ ਜਥੇਬੰਦੀਆਂ ਦੀ ਲਿਸਟ 'ਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦਾ ਨਾਂ ਤੱਕ ਨਹੀਂ ਹੈ। ਉਹਨਾਂ ਨੇ ਕਦੇ ਦਿਨ ਤੱਕ ਨਹੀਂ ਮਨਾਇਆ। ਉਹਨਾਂ ਦੇ ਸ਼ਹੀਦੀ ਦਿਨ ਨੂੰ ਜਦੋਂ ਕਿ ਵੱਡੇ ਪੱਧਰ 'ਤੇ ਮਨਾਇਆ ਜਾਣਾ ਚਾਹੀਦਾ। ਸੋ 27 ਅਕਤੂਬਰ ਦੇ ਦਿਨ ਨੂੰ ਅਸੀਂ ਕਦੇ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ। ਇਸ ਇਤਿਹਾਸਕ ਜਾਣਕਾਰੀ ਤੋਂ ਬਾਅਦ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦੇ ਕੁੱਲ ਸੰਘਰਸ਼ ਨੂੰ ਵਿਸਥਾਰ ਸਹਿਤ ਅੱਜ ਦੇ ਪ੍ਰੋਗਰਾਮ 'ਚ ਸਾਂਝਾ ਕਰਾਂਗੇ ਅਤੇ ਗੱਲਬਾਤ ਕਰਨ ਲਈ ਸਾਡੇ ਮਹਿਮਾਨ ਨੇ ਗੁਰਪ੍ਰੀਤ ਸਿੰਘ ਜੀ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਿੰਦਰ ਸਿੰਘ ਜੀ, ਦਰਸ਼ਨ ਸਿੰਘ ਫੇਰੂਮਾਨ ਬਾਰੇ ਗੱਲਬਾਤ ਕਰਨ ਦਾ ਮੌਕਾ ਦੇ ਰਹੇ ਹੋ, ਮੈਂ ਤੁਹਾਡਾ ਰਿਣੀ ਹਾਂ। ਸ਼ੁਕਰੀਆ ਜੀ। ਇੱਕ ਔਰ ਸ਼ਖਸੀਅਤ ਦੀ ਗੱਲ ਕਰਨੀ ਜਿਸ ਦੇ ਬਾਰੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਇਤਿਹਾਸਕ ਪ੍ਰਸੰਗ ਜੁੜਿਆ ਹੋਇਆ, ਪਰ ਦੁੱਖ ਇਸ ਗੱਲ ਦਾ ਕਿ ਅਸੀਂ ਦਰਸ਼ਨ ਸਿੰਘ ਫੇਰੂਮਾਨ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ। ਚਾਹੇ ਅਸੀਂ ਦੇਖੀਏ ਉਹਨਾਂ ਦੇ ਸ਼ਹੀਦੀ ਦਿਨ ਨੂੰ ਮਨਾਉਣ ਦੀ ਗੱਲ ਆ ਜਾਂ ਚੇਤੇ ਕਰਨ ਦੀ ਗੱਲ ਆ, ਏਡੀ ਵੱਡੀ ਕੁਰਬਾਨੀ ਹੋਵੇ ਇੰਨੀ ਬਜ਼ੁਰਗੀ ਦੀ ਅਵਸਥਾ 'ਚ, ਅਤੇ ਲੰਮੇ ਕੈਨਵਸ 'ਤੇ ਉਹਨਾਂ ਦੀਆਂ ਜਿਹੜੀਆਂ ਇਹ ਸੰਘਰਸ਼ ਦੀਆਂ ਜਾਂ ਗ੍ਰਿਫਤਾਰੀਆਂ ਦੀ ਦਾਸਤਾਨ ਰਹੀ ਹੈ, ਪਰ ਉਹਨਾਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ ਸਾਜ਼ਿਸ਼ੀ ਢੰਗ ਨਾਲ। ਕੀ ਖਿਆਲ ਹੈ? ਗੁਰਿੰਦਰ ਸਿੰਘ ਜੀ, ਬਹੁਤ ਵੱਖਰੀ ਕਿਸਮ ਦੀਆਂ ਗੱਲਾਂ ਨੇ ਇਹਦੇ ਜੀ। ਵਿੱਚ। ਪਹਿਲੀ ਗੱਲ ਤਾਂ ਆਪਾਂ ਇਹ ਦੱਸ ਸਕਦੇ ਹਾਂ ਕਿ ਕਿਹੜੇ ਲੋਕ ਜ਼ਿੰਮੇਵਾਰੀਆਂ ਤੋਂ ਭੱਜੇ ਆ, ਅਸੀਂ ਇਹ ਤਾਂ ਨਿਸ਼ਾਨਦੇਹੀ ਕਰ ਸਕਦੇ ਹਾਂ। ਹਾਂਜੀ। ਪਰ ਦਾਅਵੇ ਨਾਲ ਇਹ ਕਹਿਣਾ ਬਹੁਤ ਔਖਾ ਕਿ ਕਿੰਨੀ ਕੁ ਵੱਡੀ ਇਹ ਸਾਜ਼ਿਸ਼ ਰਹੀ ਹੋਏਗੀ। ਜੀ।
ਪਰ ਇਹ ਹੈ ਕਿ ਅਕਿਰਤ ਘਣਤਾ ਜਿਹੜੀ ਹੈ ਉਹ ਤਾਂ ਦਿਸੀ ਰਹੀ ਹੈ। ਬਿਲਕੁਲ ਜੀ। ਅਕਿਰਤ ਘਣਤਾ ਤੋਂ ਤਾਂ ਅਸੀਂ ਇਨਕਾਰੀ ਨਹੀਂ ਹੋ ਸਕਦੇ। ਦੇਖੋ ਉਹਨਾਂ ਦਾ ਕਿਸੇ ਵੇਲੇ ਕਾਂਗਰਸ ਨਾਲ ਵੀ ਸਹਿਯੋਗ ਸੀ, ਉਹਨਾਂ ਦਾ ਅਕਾਲੀ ਦਲ ਨਾਲ ਵੀ ਗੂੜਾ ਪਿਆਰ ਸੀ। ਅਸਲ 'ਚ ਕੋਈ ਦੌਰ ਸੀਗਾ ਜਦੋਂ ਦੋਨੇ ਪਾਰਟੀਆਂ ਦਰਸ਼ਨ ਸਿੰਘ ਫੇਰੂਮਾਨ ਨੂੰ ਚੇਤੇ ਕਰਦੀਆਂ ਸੀਗੀਆਂ। ਬਾਅਦ 'ਚ ਦੋਨੇ ਹੀ ਪਾਰਟੀਆਂ ਉਹਨਾਂ ਨੂੰ ਵਿਸਾਰ ਗਈਆਂ। ਪਰ ਜਿਹੜੀ ਸਭ ਤੋਂ ਵੱਧ ਜ਼ਿੰਮੇਵਾਰੀ ਬਣਦੀ ਜਿਨ੍ਹਾਂ ਦੀ, ਉਹ ਬਣਦੀ ਪੰਥਕ ਹਲਕਿਆਂ ਦੀ ਜੀ। ਉਹਨਾਂ ਦੀ ਜਿਹੜੇ ਪੰਜਾਬੀ ਸੂਬੇ ਦੀ ਗੱਲ ਕਰਨ ਵਾਲੇ, ਪੰਜਾਬੀ ਬੋਲੀ ਦੇ ਨਾਂ ਦੇ ਉੱਤੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ, ਜਿਹਦੇ ਕੁਝ ਖੱਬੇ ਪੱਖੀ ਵੀ ਸ਼ਾਮਲ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਕਿ ਵਿਸ਼ਾਲਤਾ ਦੇ ਨਾਲ ਉਹਨਾਂ ਨੂੰ ਅਪਣਾਓ। ਸਮੱਸਿਆ ਇਹ ਬਣੀ ਗੁਰਵਿੰਦਰ ਸਿੰਘ ਜੀ ਕਿ ਪੰਜਾਬੀ ਸੂਬਾ ਜਦੋਂ ਬਣਿਆ 1966 ਦੇ ਵਿੱਚ, ਇੱਕ ਲੂਲਾ ਲੱਗਣਾ ਪੰਜਾਬ ਬਣਾਇਆ ਗਿਆ। ਹਾਂਜੀ। ਬੜੇ ਸਾਜ਼ਸ਼ੀ ਢੰਗ ਦੇ ਨਾਲ ਪੰਜਾਬੀ ਬੋਲਦੇ ਇਲਾਕੇ ਪੰਜਾਬ ਤੋਂ ਬਾਹਰ ਰੱਖੇ ਗਏ। ਬਿਲਕੁਲ। ਔਰ ਜਿਹੜਾ ਉਹਨਾਂ ਦਾ ਪ੍ਰਣ ਸੀਗਾ, ਉਹ ਇੱਕ ਵਸੀਅਤ ਲਿਖੀ ਸੀ ਉਹਨਾਂ ਨੇ ਸ਼ਹਾਦਤ ਤੋਂ ਪਹਿਲਾਂ। ਉਸ ਵਿੱਚ ਉਹਨਾਂ ਨੇ ਸ਼ੰਕਾ ਪ੍ਰਗਟਾਈ ਸੀ ਕਿ ਮੈਂ ਸ਼ਾਇਦ ਕੁਝ ਸਮੇਂ ਬਾਅਦ ਨਾ ਰਵਾਂ, ਕਿਉਂਕਿ ਮੈਂ ਆਪਣਾ ਵਚਨ ਪੂਰਾ ਕਰਕੇ ਚੱਲ ਜਾਊਂਗਾ। ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਸ ਕਿਸਮ ਦੇ ਜਿਹਨੂੰ ਉਦੇਸ਼ ਨੂੰ ਲੈ ਕੇ ਉਹ ਭੁੱਖ ਹੜਤਾਲ ਕਰ ਰਹੇ ਨੇ ਜਾਂ ਮਰਨ ਮਰ ਤੇ ਬੈਠਣ ਲੱਗੇ ਆ, ਉਹ ਉਦੇਸ਼ ਪੂਰਾ ਨਹੀਂ ਸੀ ਹੋਣਾ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ। ਸੁਚੇਤ ਮਨ ਨਾਲ ਸ਼ਹਾਦਤ ਦਿੱਤੀ ਉਹਨਾਂ ਨੇ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ। ਉਹਨਾਂ ਨੇ ਵਸੀਅਤ ਵਿੱਚ ਸਪਸ਼ਟ ਲਿਖਿਆ ਸੀਗਾ, ਜਿਹੜੀ ਕਪੂਰ ਸਿੰਘ ਜੀ ਨੇ ਆਪਣੀ ਪੁਸਤਕ ਸਾਚੀ ਸਾਖੀ ਵਿੱਚ ਜਿਹੜੀ ਸ਼ਾਮਲ ਕੀਤੀ ਹੋਈ, ਜਿਹੜਾ ਵੀ ਚਾਹੇ ਉਹ ਪੜ੍ਹ ਸਕਦਾ। ਉਸ ਵਿੱਚ ਉਹਨਾਂ ਨੇ ਸਪਸ਼ਟ ਗੱਲਾਂ ਜਿਹੜੀ ਕਹੀਆਂ ਕਿ ਦਸਤਾਵੇਜ਼ ਦੇ ਤੌਰ ਤੇ ਪਹਿਲਾਂ ਤਾਂ ਸਾਨੂੰ ਉੱਧਰ ਧਿਆਨ ਦੇਣਾ ਚਾਹੀਦਾ। ਉਹਨਾਂ ਨੇ ਕਿਹਾ ਕੀ ਹੈ। ਦਰਸ਼ਨ ਸਿੰਘ ਫੇਰੂਮਾਨ ਉਸ 'ਚ ਲਿਖਦੇ ਨੇ ਕਿ ਜਿਹੜੀ ਉਹਨਾਂ ਦੀ ਲੜਾਈ ਹੈ, ਇੱਕ ਤਾਂ ਜਿਹੜਾ ਅਰਦਾਸ ਦੀ ਮਰਿਆਦਾ ਨੂੰ ਬਹਾਲ ਕਰਨ ਵਾਸਤੇ, ਕਿ ਜਿਹੜੇ ਪਹਿਲਾਂ ਜੂਸ ਪੀ ਕੇ ਆਪਣੇ ਮਰਨ ਵਰਤ ਤੋੜਦੇ ਰਹੇ, ਚਾਹੇ ਮਾਸਟਰ ਤਾਰਾ ਸਿੰਘ ਦੀ ਗੱਲ ਕਰ ਲਓ, ਚਾਹੇ ਸੰਤ ਫਤਿਹ ਸਿੰਘ ਦੀ ਗੱਲ ਕਰ ਲਓ, ਕਲੰਕਿਤ ਕੀਤਾ ਅਰਦਾਸਾਂ ਨੂੰ। ਉਸ ਅਰਦਾਸ ਦੀ ਮਰਿਆਦਾ ਨੂੰ ਬਹਾਲ ਕਰਨ ਦਾ ਉਹਨਾਂ ਦਾ ਉਦੇਸ਼ ਸੀ। ਚਾਹੇ ਮੈਂ ਉਹਨਾਂ ਦਾ ਉਹੀ ਜਿਹੜੀ ਸੋਚ ਸੀ ਕਿ ਸਿਰ ਜਾਵੇ ਤੇ ਜਾਵੇ, ਸਿੱਖ ਸਿਦਕ ਨਾ ਜਾਵੇ। ਬਿਲਕੁਲ ਬਿਲਕੁਲ। ਉਸ ਗੱਲ ਤੋਂ ਉਹਨਾਂ ਨੇ ਪਹਿਰਾ ਦਿੱਤਾ। ਪਰ ਜਿਹੜੇ ਮਸਲੇ ਸੀ ਉਹ ਕਿਹੜੇ ਕਿਹੜੇ ਸੀਗੇ? ਇੱਕ ਤਾਂ ਸੀਗਾ ਕਿ ਜ਼ਾਹਿਰ ਤੌਰ 'ਤੇ ਕਿ ਚੰਡੀਗੜ੍ਹ ਬਾਹਰ ਰੱਖਿਆ ਗਿਆ, ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖੇ ਗਏ, ਪਰ ਨਾਲ ਹੀ ਉਹਨਾਂ ਨੇ ਉਸ ਵਸੀਅਤ ਦੇ ਵਿੱਚ ਸਿੱਖ ਹੋਮਲੈਂਡ ਦੀ ਗੱਲ ਵੀ ਕੀਤੀ ਹੈ। ਕਿਉਂਕਿ ਆਜ਼ਾਦੀ ਤੋਂ ਪਹਿਲਾਂ ਅਕਾਲੀਆਂ ਨੂੰ ਚੋਗਾ ਪਾਇਆ ਗਿਆ ਕਿ ਤੁਹਾਨੂੰ ਉੱਤਰੀ ਭਾਰਤ ਵਿੱਚ ਇੱਕ ਇਹੋ ਜਿਹਾ ਖਿੱਤਾ ਦੇਵਾਂਗੇ ਜਿੱਥੇ ਸਿੱਖ ਭਾਈਚਾਰਾ ਆਜ਼ਾਦੀ ਦਾ ਨਿਗਮਾਨ ਸਕੇ। ਮਗਰ ਉਹ ਨਹਿਰੂ ਮੁੱਕਰ ਗਿਆ। ਖਿੱਤਾ ਤਾਂ ਕੀ ਦੇਣਾ ਸੀ? ਜਦੋਂ ਪੰਜਾਬੀ ਸੂਬਾ ਬਣਾਉਣ ਦੀ ਗੱਲ ਆਈ, ਉਦੋਂ ਵੀ ਅੜੀ ਫਸੀ ਕੀਤੀ ਗਈ ਸਰਕਾਰ ਵੱਲੋਂ। ਸਰਕਾਰ ਨੇ ਉਦੋਂ ਵੀ ਅੜ ਕੇ ਵਿਰੋਧ ਕੀਤਾ ਉਸ ਚੀਜ਼ ਦਾ। ਪੰਜਾਬੀ ਸੂਬੇ ਦੇ ਨਾਅਰੇ 'ਤੇ ਪਾਬੰਦੀ ਲਾ ਦਿੱਤੀ ਗਈ। ਪੰਜਾਬੀ ਸੂਬੇ ਦੀ ਮੂਵਮੈਂਟ ਨੂੰ ਫੇਲ ਕਰਨ ਵਾਸਤੇ ਦਰਬਾਰ ਸਾਹਿਬ 'ਤੇ ਪੁਲਿਸ ਭੇਜੀ ਗਈ। ਲਗਾਤਾਰ ਜ਼ਿਆਦਤੀਆਂ ਹੋਈਆਂ। ਜਦੋਂ ਪੰਜਾਬੀ ਸੂਬਾ 66 'ਚ ਬਣ ਗਿਆ ਤਾਂ ਫੇਰੂਮਾਨ ਨੇ 69 ਜਾ ਕੇ ਸ਼ਹੀਦੀ ਦਿੱਤੀ ਹੈ। 3 ਸਾਲਾਂ ਵਿੱਚ ਕੀ ਹੋਇਆ ਕਿ ਉਹਨਾਂ ਨੂੰ ਸ਼ਹਾਦਤ ਦੇਣੀ ਪਈ? ਇੱਕ ਤਾਂ ਜਿਹੜਾ ਸੀਗਾ ਅਨਫਿਨਿਸ਼ਡ ਏਜੰਡਾ ਸੀ ਪੰਜਾਬ ਦਾ, ਕਿ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਵਾਪਸ ਨਹੀਂ ਦਿੱਤੇ ਗਏ, ਬਾਹਰ ਰੱਖ ਦਿੱਤੇ ਗਏ। ਚੰਡੀਗੜ੍ਹ ਦੀ ਕੋਈ ਵੱਡੀ ਗੱਲ ਵੀ ਨਹੀਂ ਸੀਗੀ। ਉਸ ਨੂੰ ਪੰਜਾਬ ਦੀ ਇਕੱਲੀ ਦੀ ਰਾਜਧਾਨੀ ਘੋਸ਼ਿਤ ਕਰ ਦਿੰਦੇ, ਕਿੱਡੀ ਵੱਡੀ ਗੱਲ ਸੀ। ਪਰ ਸਰਕਾਰ ਇਹ ਰਾਇਤਾਂ ਦੇਣ ਲਈ ਵੀ ਤਿਆਰ ਨਹੀਂ ਸੀ, ਹਾਲਾਂਕਿ ਬਹੁਤ ਮਾਮੂਲੀ ਗੱਲ ਸੀ। ਦਰਸ਼ਨ ਸਿੰਘ ਫੇਰੂਮਾਨ ਨੇ ਖਾਲਿਸਤਾਨ ਨਹੀਂ ਸੀ ਮੰਗਿਆ, ਪੰਜਾਬ ਨੂੰ ਉਸਦਾ ਹੱਕ, ਉਹਦੇ ਪੰਜਾਬ ਦੇ ਹੱਕ ਮੰਗੇ ਸੀਗੇ ਜਿਹੜੇ ਕਿ ਸੁਲਝਾਏ ਜਾ ਸਕਦੇ ਸੀ। ਪਰ ਬੜੀ ਬੇਹਯਾਈ ਦੇ ਨਾਲ ਸਰਕਾਰ ਨੇ ਸਾਰੀਆਂ ਗੱਲਾਂ ਨੂੰ ਅਣਗੌਲਿਆਂ ਕੀਤਾ। ਅਖੀਰ ਉਸ ਬਜ਼ੁਰਗ ਨੂੰ ਸ਼ਹੀਦੀ ਜਾਮ ਪੀਣਾ ਪਿਆ। ਪਰ ਉਹ ਵਸੀਅਤ ਦੇ ਵਿੱਚ ਸਪਸ਼ਟ ਅੰਕਿਤ ਆ ਸਾਰੀ ਗੱਲ। ਸਿੱਖ ਹੋਮਲੈਂਡ ਵੀ ਦੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ, ਉਹ ਵੀ ਦਰਸਾਉਂਦਾ ਕਿ ਉਹਨਾਂ ਨੂੰ ਇਸ ਗੱਲ ਦਾ ਗਿਲਾ ਸੀ ਕਿ ਤੁਹਾਡਾ ਉਹ ਵਾਅਦਾ ਕਿੱਥੇ ਗਿਆ ਕਿ ਸਾਨੂੰ ਖੁਦ ਮੁਖਤਿਆਰ ਸੂਬਾ ਦਿਓਗੇ, ਉਹ ਕਿੱਥੇ ਗਿਆ ਵਾਲਾ। ਸੋ ਇਹ ਲੜਾਈ ਮਤਲਬ ਸਾਰੀ ਦੀ ਸਾਰੀ ਵਿਸ਼ਾਲ ਪੱਧਰ 'ਤੇ ਸਮਝਣ ਵਾਲੀ ਹੈ। ਇਕੱਲਾ ਮਤਲਬ ਚੰਡੀਗੜ੍ਹ ਦਾ ਮਸਲਾ ਨਹੀਂ ਗਾ, ਇਕੱਲਾ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਵੀ ਨਹੀਂ ਗਾ, ਪੰਜਾਬ ਦੀ ਖੁਦ ਮੁਖਤਿਆਰੀ ਦਾ ਮਸਲਾ ਵੀ ਹੈ। ਔਰ ਜਿਹੜੀ ਹੈ ਅਰਦਾਸ ਦੀ ਮਰਿਆਦਾ, ਉਹਦਾ ਵੀ ਸਵਾਲ ਸੀ। ਸੋ ਇਹਨਾਂ ਗੱਲਾਂ ਕਰਕੇ ਉਹਨਾਂ ਨੇ ਸ਼ਹਾਦਤ ਦਿੱਤੀ। ਪਰ ਕਿਉਂਕਿ ਜਿਸ ਤਰ੍ਹਾਂ ਦਾ ਸੰਬੰਧ ਉਹਨਾਂ ਦਾ ਇਸ ਪੂਰੀ ਮੂਵਮੈਂਟ ਨਾਲ ਰਿਹਾ, ਜਿਸ ਵਿੱਚ ਪੰਜਾਬੀ ਬੋਲੀ ਦਾ ਮਸਲਾ ਵੀ ਹੈ, ਜਿਸ ਵਿੱਚ ਅਰਦਾਸ ਦਾ ਮਸਲਾ ਵੀ ਹੈ, ਅਤੇ ਜਿਹੜਾ ਪੰਜਾਬ ਦਾ ਅਨਫਿਨਿਸ਼ਡ ਏਜੰਡਾ ਵੀ ਹੈ। ਸੋ ਅਕਾਲੀ ਦਲ ਦੀ ਅਤੇ ਪੰਥਕ ਹਲਕਿਆਂ ਦੀ ਤਾਂ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਨੂੰ ਯਾਦ ਰੱਖਣ। ਉਹਨਾਂ ਨੇ ਹੀ ਜਿਸ ਕਿਸਮ ਨਾਲ ਉਹਨਾਂ ਨੂੰ ਅਣਗੌਲਿਆਂ ਕਰ ਦਿੱਤਾ। ਜਿਹੜੇ ਪੰਜਾਬੀ ਜ਼ੁਬਾਨ ਦੀ ਗੱਲ ਕਰਨ ਵਾਲੇ ਅਖੌਤੀ ਖੱਬੇ ਪੱਖੀ ਨੇ, ਉਹ ਵੀ ਚੁੱਪ ਨੇ, ਕਿਉਂਕਿ ਉਹ ਸਿੱਖ ਪਛਾਣ ਨਾਲ ਜੁੜੇ ਹੋਏ ਆ। ਸੋ ਮੈਂ ਸਮਝਦਾ ਸਾਰੇ ਅਕਿਰਤ ਘਣ ਨੇ ਇੱਕ ਤਰੀਕੇ ਨਾਲ। ਇਹਨਾਂ ਦੀ ਅਕਿਰਤ ਘਣਤਾ ਦਾ ਪ੍ਰਗਟਾਵਾ ਉਸ 'ਚ ਹੋ ਰਿਹਾ। ਇੱਕ ਬੜੀ ਕਮਾਲ ਦੀ ਗੱਲ ਹੈ ਕਿ ਏਡਾ ਵੱਡਾ ਯੋਧਾ ਹੋਵੇ ਜਿਸ ਦਾ ਨਾਂ ਲੈਂਦੇ ਹੀ ਪਤਾ ਲੱਗੇ ਕਿ ਇੱਕ ਦੇਖੋ 1920-21 ਤੋਂ ਲੈ ਕੇ ਜਦੋਂ ਦਾ ਗੁਰਦੁਆਰਾ ਸੁਧਾਰ ਲਹਿਰ ਚੱਲੀ, ਗੁਰਦੁਆਰਾ ਮੋਰਚੇ ਚੱਲੇ, ਚਾਬੀਆਂ ਦਾ ਮੋਰਚਾ ਚੱਲਿਆ, ਉਦੋਂ ਤੋਂ ਲੈ ਕੇ ਲਗਾਤਾਰ ਇਸ ਸੰਘਰਸ਼ ਦੇ ਵਿੱਚ 1969 ਦੇ ਵਿੱਚ ਅਖੀਰ 'ਚ ਜਾ ਕੇ ਸ਼ਹੀਦੀ ਦਿੰਦਾ ਹੈ ਕਿ ਜਦੋਂ ਪੰਜਾਬ ਬਣ ਗਿਆ, ਜਦੋਂ ਇੱਕ ਸੂਬਾ ਬਣ ਗਿਆ, ਜਦੋਂ ਦੇਸ਼ ਦੀ ਵੰਡ ਹੋ ਗਈ, ਸੋ ਕਾਲਡ ਡੈਮੋਕ੍ਰੇਸੀ ਜਾਂ ਲੋਕਤੰਤਰ, ਜਿਸ ਦੇ ਬਾਰੇ ਕਦੇ ਸੋਹਣ ਸਿੰਘ ਭਕਨਾ ਇਹ ਕਹਿੰਦੇ ਸਨ ਕਿ ਅੰਗਰੇਜ਼ਾਂ ਨੇ ਮੇਰੇ ਕੁੱਬ ਨਹੀਂ ਪਾਇਆ,
ਮੇਰੇ ਆਪਣਿਆਂ ਨੇ ਸਾਡੇ ਕੁੱਪ ਪਾਇਆ। ਤੇ ਭਾਈ ਦਰਸ਼ਨ ਸਿੰਘ ਫੇਰੂਮਾਨ ਬਨਾਮ ਅਸੀਂ ਜਦੋਂ ਸੋਹਣ ਸਿੰਘ ਭਕਨਾ ਜੀ ਇਹਨਾਂ ਲੋਕਾਂ ਦੀ ਗੱਲ ਕਰਦੇ ਹਾਂ, ਕਾਹਦੀ ਆਜ਼ਾਦੀ ਸੀ, ਕਾਹਦਾ ਦੇਸ਼ ਜਿਹੜਾ ਲੋਕਾਂ ਦਾ ਆਪਣੀ ਸਰਕਾਰ ਜਾਂ ਬਣੀ, ਇਹਨਾਂ ਨੇ ਤਾਂ ਲੋਕਾਂ ਦਾ ਲਹੂ ਪੀਤਾ। ਤੇ ਇਹਨਾਂ ਜੋਕਾਂ ਦੇ ਖਿਲਾਫ ਜਦੋਂ ਉਹਨਾਂ ਨੇ ਮੰਗ ਕੀਤੀ, ਤੇ ਖਾਸ ਤੌਰ ਤੇ ਸਿੱਖ ਹੋਮਲੈਂਡ ਦੀ ਵੀ, ਆਹੀ ਨਹਿਰੂ ਸੀ ਜਾਂ ਇਸ ਦਾ ਕੋੜਵਾ ਸੀ ਜਿਹੜਾ ਇਹ ਕਹਿੰਦਾ ਸੀ ਕਿ ਉੱਤਰੀ ਭਾਰਤ ਦਾ ਇੱਕ ਹਿੱਸਾ ਉਸ ਖਿੱਤੇ ਦੇ ਵਿੱਚ ਇੱਕ ਜਗ੍ਹਾ ਤੁਹਾਨੂੰ ਬਕਾਇਦਾ ਤੌਰ ਤੇ ਦਿੱਤੀ ਜਾਏਗੀ ਜਿੱਥੇ ਤੁਸੀਂ ਖੁੱਲ੍ਹ ਕੇ ਆਪਣਾ ਸਾਹ ਲੈ ਸਕੋਗੇ, ਆਪਣੀ ਆਜ਼ਾਦੀ ਮਾਣ ਸਕੋਗੇ। ਪਾਕਿਸਤਾਨ ਦੀ ਵੰਡ, ਭਾਰਤ ਦੀ ਵੰਡ ਹੋਈ, ਪਾਕਿਸਤਾਨ ਨਾਲ ਨਹੀਂ ਸਿੱਖ ਗਏ। ਇਹਨਾਂ ਦੇ ਲਾਰੇ, ਇਹ ਵਾਅਦੇ ਜਾਂ ਇਹ ਗੱਲਾਂ, ਜਾਂ ਉਸ ਵੇਲੇ ਤਾਰਾ ਸਿੰਘ ਮਾਸਟਰ ਜਾਂ ਬਾਕੀ ਸਾਰਿਆਂ ਦੀ ਜੋ ਉਸ ਵੇਲੇ ਮਿਲੀ ਭੁਗਤ, ਜਾਂ ਫਿਰ ਉਸ ਵੇਲੇ ਬਲਦੇਵ ਸਿੰਘ ਦੀ ਭੂਮਿਕਾ ਜਾਂ ਹੋਰ ਸਾਰਿਆਂ ਦੀ ਆਗੂਆਂ ਦੀ। ਪਰ ਜਦੋਂ ਦਰਸ਼ਨ ਸਿੰਘ ਫੇਰੂਮਾਨ ਨੇ ਅਖੀਰ ਨੂੰ ਸ਼ਹਾਦਤ ਦਿੱਤੀ ਤੇ ਭਾਂਡਾ ਇਹਨਾਂ ਸਾਰਿਆਂ ਦੇ ਸਿਰ ਭੰਨਿਆ, ਤਾਂ ਮੈਨੂੰ ਲੱਗਦਾ ਇਹ ਕਲੰਕ ਕਦੇ ਵੀ ਧੋਤਾ ਨਹੀਂ ਜਾਣਾ ਕਿ ਆਪਣੇ ਆਜ਼ਾਦ ਦੇਸ਼ ਦੇ ਵਿੱਚ ਅਖੀਰ ਨੂੰ ਇੱਕ ਸੁਤੰਤਰਤਾ ਸੰਗਰਾਮੀ, ਆਜ਼ਾਦੀ ਦਾ ਯੋਧਾ ਸ਼ਹੀਦ ਹੋਇਆ, ਇਹਨਾਂ ਦੇ ਸਿਰ ਆਪਣਾ ਭਾਂਡਾ ਭੰਨ ਕੇ। ਗੱਲ ਅਸਲ ਗੁਰਿੰਦਰ ਸਿੰਘ ਜੀ ਕਿ ਤੁਸੀਂ ਇੱਕ ਬੜੀ ਵਧੀਆ ਗੱਲ ਪੁਆਇੰਟ ਆਊਟ ਕੀਤੀ ਆ। ਦਰਸ਼ਨ ਸਿੰਘ ਫੇਰੂਮਾਨ ਦਾ ਇਹ ਲੜਾਈ ਦਾ ਇੱਕ ਪੜਾਅ ਤਾਂ ਇਹ ਸੀ ਆਜ਼ਾਦ ਭਾਰਤ ਵਿੱਚ, ਜਦੋਂ ਸਿੱਖ ਹੋਮਲੈਂਡ ਦੇ ਮੁੱਦੇ 'ਤੇ ਜਾਂ ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ 'ਤੇ ਉਹਨਾਂ ਨੇ ਆਪਣੀ ਜਿਹੜਾ ਹੈ ਮਰਨ ਵਰਤ ਰੱਖਿਆ ਜੀ ਔਰ ਚੱਲ ਵਸੇ। ਪਰ ਉਸ ਤੋਂ ਪਹਿਲਾਂ ਜਿਹੜਾ ਰੋਲ ਸੀਗਾ ਆਜ਼ਾਦੀ ਦੀ ਲੜਾਈ ਦੇ ਵਿੱਚ, ਉਸ ਨੂੰ ਵੀ ਮੁੱਖ ਰੱਖਿਆ ਜਾਵੇ ਕਿ ਜਿਵੇਂ ਉਹਨਾਂ ਨੇ ਜੇਲ੍ਹ ਵੀ ਕੱਟੀ ਹੈ, ਜਿਹੜਾ ਫਿਰ ਹਿਊਮਨ ਰਾਈਟਸ ਦਾ ਮਸਲਾ ਸੀ ਕਿ ਮਲਾਇਆ ਦੀ ਜੇਲ੍ਹ ਵਿੱਚ ਜਦੋਂ ਤਾੜਿਆ ਗਿਆ, ਕਛਹਿਰਾ ਲਾਉਣ ਲਈ ਮਜਬੂਰ ਕੀਤਾ ਗਿਆ, ਉਹਦੇ ਲਈ ਭੁੱਖ ਹੜਤਾਲ ਰੱਖੀ। ਹਿਊਮਨ ਰਾਈਟਸ ਦਾ ਮਸਲਾ ਵੀ ਹੈ, ਸਿਆਸੀ ਕੈਦੀਆਂ ਦਾ ਮਸਲਾ ਵੀ ਹੈ, ਸਾਰਾ ਕੁਝ ਗਿਆ ਗਾ ਆਪਸ 'ਚ। ਫਿਰ ਜਿਹੜਾ ਉਹਨਾਂ ਨੇ ਜਿਹੜਾ ਆਜ਼ਾਦੀ ਲੜਾਈ 'ਚ ਜਿਵੇਂ ਹਿੱਸਾ ਲਿਆ, ਕਾਂਗਰਸ ਤਾਂ ਖੁਦ ਕਹਿੰਦੀ ਕਿ ਜਿਹੜੀ ਚਾਬੀਆਂ ਦਾ ਮੋਰਚਾ ਉਹ ਸਾਡੀ ਆਜ਼ਾਦੀ ਦੀ ਲੜਾਈ ਦਾ ਹਿੱਸਾ। ਜਿਹੜੇ ਉਸ ਮੋਰਚੇ ਨਾਲ ਜੁੜੇ ਹੋਏ ਸੀ ਉਹ ਕਹਿੰਦੇ ਸੀ ਕਿ ਅੱਜ ਅਸੀਂ ਆਪਣੇ ਗੁਰਦੁਆਰੇ ਆਜ਼ਾਦ ਕਰਾਉਣੇ, ਉਸ ਤੋਂ ਬਾਅਦ ਅਸੀਂ ਵੱਡਾ ਗੁਰਦੁਆਰਾ ਆਜ਼ਾਦ ਕਰਾਉਣਾ, ਯਾਨੀ ਕਿ ਪੂਰਾ ਦੇਸ਼ ਆਜ਼ਾਦ ਕਰਾਉਣਾ। ਸੋ ਉਸ ਨੂੰ ਆਜ਼ਾਦੀ ਲੜਾਈ ਦਾ ਇੱਕ ਹਿੱਸਾ ਮੰਨਿਆ ਗਿਆ। ਜੇ ਤੁਸੀਂ ਉਸ ਨੂੰ ਹਿੱਸਾ ਮੰਨਦੇ ਹੋ ਤੇ ਦਰਸ਼ਨ ਸਿੰਘ ਫੇਰੂਮਾਨ ਨੂੰ ਤਾਂ ਇੰਡੀਅਨ ਸਟੇਟ ਨੂੰ ਵੀ ਨਤਮਸਤਕ ਹੋਣਾ ਚਾਹੀਦਾ ਕਿ ਆਜ਼ਾਦੀ ਲੜਾਈ 'ਚ ਉਹਨਾਂ ਨੇ ਯੋਗਦਾਨ ਪਾਇਆ ਸੀਗਾ। ਅਖੀਰ 'ਚ ਉਹਨਾਂ ਨੂੰ ਜਿਹੜਾ ਸੋਹਣ ਸਿੰਘ ਭਕਨਾ ਦੇ ਜਿਹੜੇ ਗੱਲਾਂ ਕਰਨ ਵਾਲੇ ਗਦਰੀਆਂ ਦੇ ਜਿਹੜੇ ਆਪਣੇ ਆਪ ਨੂੰ ਵਾਰਸ ਕਹਾਉਂਦੇ ਨੇ, ਉਹਨਾਂ ਨੂੰ ਵੀ ਓਨ ਅਪ ਕਰਨਾ ਚਾਹੀਦਾ ਕਿ ਦਰਸ਼ਨ ਸਿੰਘ ਫੇਰੂਮਾਨ ਸਾਡਾ ਵੀ ਉਨਾ ਹੀ ਸੀਗਾ। ਉਹਨਾਂ ਨੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਉਸ ਲੜਾਈ 'ਚ ਹਿੱਸਾ ਲਿਆ। ਕਿਉਂ ਨਹੀਂ ਕਰਦੇ? ਇਹ ਸੌੜੀ ਸੋਚ ਹੈ। ਔਰ ਦਰਸ਼ਨ ਸਿੰਘ ਫੇਰੂਮਾਨ ਤੇ ਸੋਹਣ ਸਿੰਘ ਭਕਨਾ 'ਚ ਸਮਾਨਤਾ ਹੈ। ਆਜ਼ਾਦੀ ਤੋਂ ਬਾਅਦ ਵੀ ਇਹ ਬਾਬੇ ਟਿਕ ਕੇ ਨਹੀਂ ਬੈਠੇ। ਇਹਨਾਂ ਨੇ ਜਿੱਥੇ ਜਿੱਥੇ ਜ਼ਿਆਦਤੀ ਹੋਈ ਉਹਦੇ ਖਿਲਾਫ ਮੂੰਹ ਖੋਲ੍ਹਿਆ, ਚਾਹੇ ਉਹ ਮਤਲਬ ਘੱਟ ਗਿਣਤੀਆਂ ਦਾ ਮਸਲਾ ਸੀਗਾ, ਚਾਹੇ ਖੁਦ ਮੁਖਤਾਰੀ ਦਾ ਮਸਲਾ ਸੀ, ਚਾਹੇ ਕੋਈ ਮਸਲਾ ਸੀ, ਪਰ ਲੜਾਈ ਜਾਰੀ ਰੱਖੀ ਉਹਨਾਂ ਨੇ। ਸੋ ਮੈਂ ਸਮਝਦਾ ਕਿ ਜਿਹੜੇ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਆ, ਜਿਹੜੇ ਈਵਨ ਸੋਸ਼ਲਿਸਟ ਵਿਚਾਰਾਂ ਵਾਲੇ ਵੀ ਨੇ, ਗਦਰ ਪਾਰਟੀ ਦੇ ਆਪਣੇ ਆਪ ਨੂੰ ਵਾਰਿਸ ਕਹਾਉਂਦੇ ਆ, ਦੇਸ਼ ਭਗਤ ਯਾਦਗਾਰ ਹਾਲ ਦੀ ਗੱਲ ਕਰ ਲਈਏ, ਉੱਥੇ ਵੀ ਦਰਸ਼ਨ ਸਿੰਘ ਫੇਰੂਮਾਨ ਨੂੰ ਉਹੋ ਜਿਹਾ ਹੀ ਮਾਨਤਾਨ ਮਿਲਣਾ ਚਾਹੀਦਾ ਜਿਹੜਾ ਸੋਹਣ ਸਿੰਘ ਭਕਨਾ ਨੂੰ ਮਿਲਦਾ। ਬਿਲਕੁਲ। ਪਰ ਅਫਸੋਸ ਦੀ ਗੱਲ ਹੈ ਕਿ ਵੀ ਉਸ ਵਿਚਾਰੇ ਦੀ ਕੁਰਬਾਨੀ, ਮੈਨੂੰ ਵਿਚਾਰਾ ਸ਼ਬਦ ਕਹਿਣਾ ਨਹੀਂ ਚਾਹੀਦਾ ਪਰ ਕਹਿਣਾ ਪੈ ਰਿਹਾ ਕਿ ਇੰਨੀ ਕੁਰਬਾਨੀ ਵੱਡੀ ਹੋਣ ਦੇ ਬਾਵਜੂਦ ਕਾਂਗਰਸੀ ਜਿਹੜੇ ਨਾਲ ਜੁੜੇ ਸੀ ਨਾ ਉਹਨਾਂ ਨੇ ਉਹਨਾਂ ਨੂੰ ਆਪਣੇ ਨਾਲ ਰੱਖਿਆ ਜੀ। ਅਕਾਲੀ ਵੀ ਵਿਸਾਰ ਗਏ, ਕਾਮਰੇਡ ਵੀ ਵਿਸਾਰ ਗਏ, ਤੇ ਪੰਜਾਬੀ ਬੋਲੀ ਦੇ ਨਾਂ 'ਤੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਵੀ ਵਿਸਾਰ ਗਏ। ਸੋ ਇਹ ਅਕਿਰਤਕੰਤਾ ਦੀਆਂ ਨਿਸ਼ਾਨੀਆਂ ਨੇ, ਹੋਰ ਕੁਛ ਨਹੀਂ। ਦੇਖੋ ਜੀ, ਪੰਜਾਬੀ ਦੀ ਜਦੋਂ ਅਸੀਂ ਪੰਜਾਬੀ ਜ਼ੁਬਾਨ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਪਰਿਸ਼ਦਾਂ ਬਣੀਆਂ ਨੇ, ਅਕੈਡਮੀਆਂ ਬਣੀਆਂ ਨੇ, ਸੰਸਥਾਵਾਂ ਬਣੀਆਂ ਨੇ, ਜਿਨ੍ਹਾਂ ਦਾ ਕੰਮ ਹੀ ਚੱਲਦਾ ਇਸੇ ਕਰਕੇ ਕਿ ਪੰਜਾਬੀ ਦੀ ਜਿਹੜੀ ਇਹ ਗੱਲ, ਅਸੀਂ ਪੰਜਾਬੀ ਬੋਲੀ ਲਈ ਕੰਮ ਕਰ ਰਹੇ ਹਾਂ, ਕਿਤਾਬਾਂ ਲਿਖ ਰਹੇ ਹਾਂ, ਇਹ ਕੁਛ ਕਰ ਰਹੇ ਹਾਂ। ਉਹ ਆਪਣੇ ਸਮਾਗਮ ਵੀ ਕਰਦੀਆਂ ਨੇ, ਆਪਣੇ ਉਹੀ ਕੁਛ ਇੱਕ ਬੰਦੇ ਉਹਨਾਂ ਨੂੰ ਸਰੋਪਾ ਦੇ ਕੇ ਜਾਂ ਉਹਨਾਂ ਨੂੰ ਅਵਾਰਡ ਦੇ ਕੇ ਸਨਮਾਨਿਤ ਕਰ ਦਿੰਦੇ ਨੇ। ਵਿਦੇਸ਼ਾਂ 'ਚ ਵੀ ਐਸੇ ਬੜੇ ਨੇ ਜਿਹੜੇ 25-25 ਹਜ਼ਾਰ ਦੇ ਇਨਾਮਾਂ ਦਾ ਤਮਾਸ਼ਾ ਕਰੀ ਜਾਂਦੇ ਨੇ। ਆਪੇ ਹੀ ਜੰਗਲ ਵਿੱਚ ਮੋਰਨਾ ਚਾ ਕਿਸ ਨੇ ਦੇਖਾ, ਆਪੇ ਹੀ ਆਪਣੇ 4 ਬੰਦਿਆਂ ਨੂੰ ਖੁਸ਼ ਕਰ ਲਿਆ ਇੱਧਰੋਂ ਉੱਧਰੋਂ ਫੜ ਕੇ। ਪਰ ਇਹਨਾਂ ਦਾ ਮੂੰਹ ਟੁੱਟ ਜੇ ਕਦੇ ਇਹ ਇਹੋ ਜਿਹੇ ਯੋਧਿਆਂ ਦੀ ਗੱਲ ਵੀ ਕਰ ਲੈਣ ਜਿਹੜੇ ਸੱਚਮੁੱਚ ਇਸ ਆਜ਼ਾਦੀ ਦੇ ਸੰਘਰਸ਼ 'ਚ ਜਾਂ ਪੰਜਾਬੀ ਜ਼ੁਬਾਨ ਦੇ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ। ਤੁਸੀਂ ਪੰਜਾਬੀ ਬੋਲੀ ਨੂੰ ਜੀਵਤ ਰੱਖਣ ਦੀ ਗੱਲ ਕਰਦੇ ਹੋ, ਪਰ ਪੰਜਾਬੀ ਨੂੰ ਜੀਵਤ ਰੱਖਣ ਲਈ ਜਿਹੜਾ ਖੁਦ ਸ਼ਹੀਦ ਹੋ ਗਿਆ ਉਹਦੀ ਗੱਲ ਨਹੀਂ ਕਰਦੇ। ਦੇਖੋ, ਤੁਸੀਂ ਤਾਂ ਸਿਰਫ ਤੇ ਸਿਰਫ ਆਪਣਾ ਠੱਕ ਚਲਾਇਆ ਹੋਇਆ ਕਿ ਆਪਣੀਆਂ ਜਿਹੜੀਆਂ 4-5 ਸੰਸਥਾਵਾਂ ਦੇ ਲੋਕ ਇਕੱਠੇ ਹੋ ਗਏ, ਸਮੋਸੇ ਖਾ ਲਏ ਜਾਂ ਫੰਕਸ਼ਨ ਕਰ ਲਏ, ਆਪਣੇ ਭਵਨ ਸਾਰ ਲਏ, ਆਪਣਾ ਸੀਮਤ ਜਿਹਾ ਦਾਇਰਾ ਕਰ ਲਿਆ। ਪਰ ਜਿਹੜੇ ਉਸ ਲਈ ਸ਼ਹੀਦ ਹੋ ਗਏ ਉਹਨਾਂ ਦੀ ਗੱਲ ਕੌਣ ਕਰੇਗਾ? ਉੱਥੇ ਤੁਹਾਨੂੰ ਫੇਰੂਮਾਨ ਦੀ ਪਿਕਚਰ ਵੀ ਨਜ਼ਰ ਨਹੀਂ ਆਉਂਦੀ, ਤਸਵੀਰ ਵੀ ਨਜ਼ਰ ਨਹੀਂ ਆਉਂਦੀ, ਉੱਥੇ ਫੇਰੂਮਾਨ ਦੀ ਗੱਲ ਵੀ ਨਜ਼ਰ ਨਹੀਂ ਆਉਂਦੀ। ਖਾਸ ਤੌਰ 'ਤੇ ਸਾਹਿਤਕ ਹਲਕਿਆਂ ਨੂੰ ਮੈਂ ਵਿਸ਼ੇਸ਼ ਕਰ ਚਾਹਾਂਗਾ, ਚਾਹੇ ਉਹ ਪੰਜਾਬ ਦੇ ਨੇ, ਚਾਹੇ ਐਟ ਲਾਰਜ ਕੈਨੇਡਾ, ਅਮਰੀਕਾ, ਵਿਦੇਸ਼ਾਂ 'ਚ ਨੇ। ਉਹਨਾਂ ਦੀ ਕੀ ਮਜਬੂਰੀ ਹੈ, ਤਾਂ ਤੁਸੀਂ ਕੀ ਸਮਝਦੇ ਹੋ ਕਿ ਕੀ ਵਜ੍ਹਾ? ਮੈਨੂੰ ਜਿੱਥੋਂ ਤੱਕ ਲੱਗਦਾ, ਮੈਨੂੰ ਇਹੀ ਵਜ੍ਹਾ ਵਾਰ-ਵਾਰ ਲੱਗਦੀ ਹੈ ਕਿ ਦਰਸ਼ਨ ਸਿੰਘ ਫੇਰੂਮਾਨ ਇੱਕ ਸਮਰਪਿਤ ਸਿੱਖ ਸੀ, ਅੰਮ੍ਰਿਤਧਾਰੀ ਸੀ, ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਸੀ। ਇਹ ਉਸ ਦੀ ਕਮਜ਼ੋਰੀ ਹੈ,
ਉਹ ਫਿਰ ਸਾਹਿਤ ਲਈ, ਪੰਜਾਬੀ ਲਈ ਸੰਘਰਸ਼ ਕਰਨ ਵਾਲਾ, ਕੁਰਬਾਨ ਹੋਣ ਵਾਲਾ ਸ਼ਹੀਦ ਨਹੀਂ ਮੰਨਿਆ ਜਾਏਗਾ ਕਿ ਇਸ ਲਈ ਇਹਨਾਂ ਦਾ ਪੈਮਾਨਾ ਕੁਝ ਹੋਰ ਹੈ? ਦੱਸ ਜੀ, ਇਹੀ ਇਸੀ ਗੱਲ ਦਾ ਤਾਂ ਅਫਸੋਸ ਆ। ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਪੰਜਾਬੀ ਸੂਬਾ ਮੋਰਚਾ ਲੱਗਾ ਤੇ ਉਸ ਦੇ ਮੋਰਚੇ ਦੇ ਲਈ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਲੋਕਾਂ ਨੂੰ ਸਹਿੜਨੀਆਂ ਪਈਆਂ। ਤੁਸੀਂ ਕਈ ਵਾਰੀ ਇੰਦਰਜੀਤ ਸਿੰਘ ਕਰਨਾਲ ਦੀ ਗੱਲ ਕਰਦੇ ਹੋ, ਬੱਚੇ ਦੀ, ਉਹ ਸ਼ਹੀਦ ਹੋਇਆ। ਪੰਜਾਬੀ ਸੂਬੇ ਦੇ ਨਾਅਰੇ ਤੇ ਪਾਬੰਦੀ ਲਾ ਦਿੱਤੀ ਗਈ ਜੀ, ਦਰਬਾਰ ਸਾਹਿਬ ਤੇ ਪੁਲਿਸ ਚਾੜ ਦਿੱਤੀ ਗਈ 1955 ਦੇ ਵਿੱਚ। ਹੁਣ ਇਹਨਾਂ ਘਟਨਾਵਾਂ ਨੂੰ ਕ੍ਰਮਵਾਰ ਇਹਨਾਂ ਜਥੇਬੰਦੀਆਂ ਨੂੰ ਵੀ ਯਾਦ ਕਰਨਾ ਚਾਹੀਦਾ, ਕਿਉਂਕਿ ਇਹ ਉਸ ਸੂਬੇ ਦੇ ਲਈ ਇਹ ਸਾਰੇ ਘੋਲ ਅਰਪਿਤ ਸੀਗੇ ਜਿੱਥੇ ਕਿ ਪੰਜਾਬੀ ਦੀ ਸਰਦਾਰੀ ਕਾਇਮ ਰਹਿ ਸਕੇ। ਪਰ ਅਫਸੋਸ ਕਿ ਇਹਨਾਂ ਨੇ ਮਤਲਬ ਉਸ ਤੋਂ ਇਸ ਕਰਕੇ ਦਰਕਿਨਾਰ ਕਰ ਦਿੱਤਾ ਕਿ ਕਿਉਂਕਿ ਉਹ ਸਿੱਖ ਅਗਵਾਈ ਲੈ ਰਹੇ ਸੀਗੇ। ਬਿਲਕੁਲ। ਸੋ ਇਹ ਸੌੜੀ ਸੋਚ ਇਹਨਾਂ ਨੂੰ ਤਿਆਗ ਦੇਣੀ ਚਾਹੀਦੀ ਹੈ। ਚਾਹੇ ਉਹ ਧਰਮ ਤੋਂ ਅਸੇਧ ਲੈ ਕੇ ਇਸ ਮਸਲੇ ਨੂੰ ਚੁੱਕੀ ਬੈਠੇ ਸੀਗੇ, ਪਰ ਉਹ ਮਸਲਾ ਤਾਂ ਪੰਜਾਬੀਆਂ ਦਾ ਸਾਂਝਾ ਮਸਲਾ ਸੀ। ਜੇ ਉਹ ਦਰਦ ਬਾਕੀ ਦੀ ਬਹੁ ਗਿਣਤੀ 'ਚ ਪੈਦਾ ਨਹੀਂ ਹੋਇਆ ਤੇ ਉਹ 'ਚ ਉਹਨਾਂ ਦਾ ਕਸੂਰ ਤਾਂ ਨਹੀਂ ਸੀਗਾ। ਬਿਲਕੁਲ। ਸੋ ਇਹ ਬੜੇ ਅਫਸੋਸ ਦੀ ਗੱਲ ਆ। ਇੱਥੋਂ ਤੱਕ ਕਿ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਜੇ ਮੈਂ ਜਸਵੰਤ ਸਿੰਘ ਕੰਵਲ ਦੇ ਨਾਵਲ 'ਚ ਪੜ੍ਹਿਆ, ਮੈਨੂੰ ਨਹੀਂ ਪਤਾ ਉਹਦੇ 'ਚ ਕੱਚ ਕਿੰਨਾ ਪੱਕ ਕਿੰਨਾ, ਪਰ ਦਸਤਾਵੇਜ਼ੀ ਨਾਵਲ ਹੈ। ਹਾਂਜੀ। ਔਰ ਕੋਈ ਨਾ ਕੋਈ ਜ਼ਿੰਮੇਵਾਰੀ ਨਾਲ ਉਹਨਾਂ ਨੇ ਲਿਖਿਆ ਹੋਵੇਗਾ। ਹਾਂਜੀ। ਕਿ ਜਿਵੇਂ ਦੱਸਿਆ ਜਾਂਦਾ ਕਿ ਗੁਰਮੁਖ ਸਿੰਘ ਮੁਸਾਫਰ ਵਰਗੇ ਇਸ ਗੱਲ ਲਈ ਵੀ ਰਾਜ਼ੀ ਹੋ ਗਏ ਕਿ ਜਿਹੜੀ ਦੇਵਨਾਗਰੀ ਸਕ੍ਰਿਪਟ ਜਿਹੜੀ ਹੈ ਸਾਨੂੰ ਪ੍ਰਵਾਨ ਹੈ। ਇਹੋ ਜਿਹੇ ਲੋਕਾਂ ਨੂੰ ਖੱਬੇ ਪੱਖੀ ਚੱਕੀ ਫਿਰਦੇ ਕਿ ਬੜੇ ਪ੍ਰੋਗਰੈਸਿਵ ਲੀਡਰ ਨੇ, ਜਿਹੜੇ ਮਤਲਬ ਜਿਨ੍ਹਾਂ ਨੇ ਆਪਣੀ ਜ਼ਮੀਰ ਤੱਕ ਮਤਲਬ ਜਨਸੰਘੀਆਂ ਨੂੰ ਵੇਚਤੀ ਹੋਏ। ਇਸ ਤੋਂ ਵੱਡੀ ਸ਼ਰਮ ਦੀ ਗੱਲ ਕਿਹੜੀ ਹੋਏਗੀ? ਹੁਣ ਤਾਂ ਸਗੋਂ ਲੈਫਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਜਿਹੜੇ ਇਸ ਕਿਸਮ ਦੇ ਯੋਧੇ ਨੇ, ਇਸ ਕਿਸਮ ਦੇ ਸਿੰਬਲ ਨੇ, ਉਹਨਾਂ ਨੂੰ ਆਪਣੇ ਹੱਕ 'ਚ ਵਰਤਣ। ਕਿਉਂਕਿ ਹੁਣ ਜਦੋਂ ਜਿਸ ਤਰ੍ਹਾਂ ਹਿੰਦੂਤਵਾ ਦੇ ਨਾਂ 'ਤੇ ਗੱਲ ਹੋ ਰਹੀ ਹੈ, ਹਿੰਦੁਸਤਾਨ ਦੀ ਗੱਲ ਹੋ ਰਹੀ ਹੈ, ਪੰਜਾਬੀ ਜ਼ਬਾਨ ਨੂੰ ਤਾਂ ਖਤਰਾ ਜ਼ਾਹਿਰਾ ਤੌਰ 'ਤੇ ਹੈ ਹੀ। ਘੱਟ ਗਿਣਤੀ ਦੀ ਪਛਾਣ ਦੇ ਉੱਤੇ ਵੀ ਹਮਲਾ ਹੋ ਰਿਹਾ। ਬਿਲਕੁਲ। ਔਰ ਤੁਸੀਂ ਆਪਣੇ ਨੂੰ ਖੱਬੇ ਪੱਖੀ ਅਖਾਨੇ ਹੋ, ਤੁਹਾਡੀ ਲੜਾਈ ਉਹਨਾਂ ਨਾਲ ਈਡੀਓਲੋਜੀਕਲ ਹੈ, ਫਿਰ ਤੁਹਾਨੂੰ ਇਹਨਾਂ ਨੂੰ ਆਪਣੇ ਇਲਾਈ ਬਣਾਉਣ 'ਚ, ਸਾਥੀ ਬਣਾਉਣ 'ਚ ਕੀ ਦਿੱਕਤ ਹੈ? ਇਹ ਸਵਾਲ ਮੈਂ ਉਹਨਾਂ ਲਈ ਸੁੱਟ ਰਿਹਾ ਹਾਂ। ਬਿਲਕੁਲ ਜੀ, ਬਹੁਤ ਵੱਡੀ ਗੱਲ ਹੈ, ਵੱਡਾ ਸਵਾਲ ਹੈ ਕਿ ਤੁਸੀਂ ਇਸ ਗੱਲ ਨੂੰ ਕਿਸ ਤਰ੍ਹਾਂ ਭੁੱਲ ਸਕਦੇ ਹੋ ਕਿ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ, ਜਿਨ੍ਹਾਂ ਦਾ ਇਹ ਨੁਕਤਾ ਸੀ, ਜਿਸ ਨੁਕਤੇ 'ਤੇ ਉਹਨਾਂ ਨੇ ਪੰਜਾਬੀ ਬੋਲਦੇ ਇਲਾਕਿਆਂ ਦਾ ਜੋ ਧੱਕੇਸ਼ਾਹੀ ਹੋਈ ਉਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਐਕਚੁਅਲ ਉਹਦਾ ਮਤਲਬ ਤਾਂ ਇਹੀ ਸੀ ਕਿ ਪੰਜਾਬੀ ਜ਼ੁਬਾਨ ਦੀ ਪ੍ਰਫੁੱਲਤ ਕਰਨਾ, ਹੋਰ ਕੀ ਮਕਸਦ ਸੀ? ਪੰਜਾਬੀ ਜ਼ੁਬਾਨ ਪ੍ਰਫੁੱਲਤ ਹੋਏਗੀ, ਪੰਜਾਬੀ ਲੋਕ ਚੜ੍ਹਦੀ ਕਲਾ 'ਚ ਹੋਣਗੇ, ਜਾਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਇੱਕ ਬੜੀ ਵੱਡੀ ਸੀ ਜਿਹੜੀ ਕਿ ਨਿਆਂਕਾਰੀ ਸੀ। ਹੁਣ ਦੂਸਰੀ ਗੱਲ ਸੀ ਕਿ ਜਿਹੜੇ ਪਹਿਲੇ ਆਗੂ ਜਿਨ੍ਹਾਂ 'ਚ ਮਸਤ ਤਾਰਾ ਸਿੰਘ, ਸੰਤ ਫਤਿਹ ਸਿੰਘ ਜਾਂ ਹੋਰ, ਮਰਮੁਖ ਤਾਂ ਸਾਰਿਆਂ ਨੇ ਜਾਣਾ, ਉਹ ਵੀ ਮਰਮੁਖ ਗਏ ਸੀ, ਪਰ ਉਹਨਾਂ ਨੇ ਆਪਣੀਆਂ ਅਰਦਾਸਾਂ ਭੰਗ ਕਰਤੀਆਂ, ਆਪਣਾ ਵਚਨ ਨਹੀਂ ਨਿਭਾਇਆ। ਇਹ ਹੁਣ ਸਮਰਪਿਤ ਸਿੱਖ ਵਾਲਾ ਗੱਲ ਆਉਂਦੀ ਹੈ। ਮੈਂ ਸ਼ਹੀਦ ਅਕਾਲੀ ਫੂਲਾ ਸਿੰਘ ਦੀ ਗੱਲ ਕਰਦਾ। ਜਦੋਂ ਅਕਾਲੀ ਫੂਲਾ ਸਿੰਘ ਅਟਕਦੇ ਦਰਿਆ ਨੂੰ ਪਾਰ ਕਰਨ ਦੀ ਗੱਲ ਹੈ, ਬੜਾ ਕੁਝ ਹੋਇਆ ਕਿ ਤੁਸੀਂ ਵਾਪਸ ਆ ਜਾਓ, ਕਹਿੰਦਾ ਅਰਦਾਸ ਕੀਤੀ ਹੈ, ਮੈਂ ਅਰਦਾਸ ਦਾ ਪ੍ਰਣ ਨਿਭਾਵਾਂਗਾ। ਸ਼ਹੀਦ ਫੇਰੂਮਾਨ ਤੋਂ ਪਹਿਲਾਂ ਜਦੋਂ ਅਕਾਲੀ ਫੂਲਾ ਸਿੰਘ ਦੀ ਗੱਲ ਕਰਦੇ ਹਾਂ ਤਾਂ ਵਾਰ ਅਕਾਲੀ ਫੂਲਾ ਸਿੰਘ ਇੱਕ ਬੜੀ ਕਮਾਲ ਦੀ ਵਾਰ ਹੈ। ਸਾਡੇ ਇੱਥੋਂ ਦੀ ਐਬਸਪੋਰਟ ਦੇ ਮਰਹੂਮ ਸ਼ਾਇਰ, ਸ਼੍ਰੋਮਣੀ ਸਾਹਿਤਕਾਰ ਗੁਰਦੇਵ ਸਿੰਘ ਮਾਨ ਹੋਰਾਂ ਨੇ ਲਿਖੀ ਸੀ ਵਾਰ ਅਕਾਲੀ ਫੂਲਾ ਸਿੰਘ। ਉਸ ਵਾਰ ਦੇ ਵਿੱਚ ਰੌਂਗਟੇ ਖੜੇ ਕਰਨ ਵਾਲੀ ਵਾਰ ਹੈ। ਉਹ ਕਹਿੰਦੇ ਮੈਂ ਅਰਦਾਸ ਕੀਤੀ ਹੈ, ਪ੍ਰਣ ਕੀਤਾ, ਤੇ ਮੈਂ ਹੁਣ ਪ੍ਰਣ ਤੋਂ, ਜ਼ੁਬਾਨ ਤੋਂ ਮੁੱਕਰ ਨਹੀਂ ਸਕਦਾ। ਉਸ ਤੋਂ ਬਾਅਦ ਜਦੋਂ ਇਤਿਹਾਸ ਨੂੰ ਅਸੀਂ ਖੋਲ੍ਹਦੇ ਹਾਂ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਅਰਦਾਸ ਦੇ ਪ੍ਰਤੀ ਪਰਪੱਕਤਾ, ਪ੍ਰਣ ਨਿਭਾਉਣ ਦੀ ਗੱਲ, ਜਿਵੇਂ ਤੁਸੀਂ ਪਹਿਲਾਂ ਕਿਹਾ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਰ ਨਾ ਜਾਏ, ਇਹ ਦ੍ਰਿੜਤਾ ਜਿਹੜੀ ਹੈ ਉਹ ਅੱਜ ਦੀ ਲੀਡਰਸ਼ਿਪ ਦੇ ਵਿੱਚ ਮੰਨਫੀ ਹੋ ਚੁੱਕੀ ਹੈ। ਨਾਲੇ ਗੁਰਦਿੱਤ ਸਿੰਘ ਜੀ, ਉਹ ਤਾਂ ਚਲੋ ਪੰਥਕ ਲੀਡਰਸ਼ਿਪ ਜਵਾਬਦੇਹ ਰਹੂਗੀ ਉਸ ਦੇ ਲਈ। ਅਸੀਂ ਤਾਂ ਕਹਿੰਦੇ ਜਵਾਬਦੇਹ ਨੇ ਉਹ ਬੰਦੇ, ਕਿਉਂ ਉਹਨਾਂ ਨੇ ਉਸ ਨੂੰ ਵਿਸਾਰ ਦਿੱਤਾ। ਔਰ ਤੁਸੀਂ ਅੱਜ ਵੀ ਤੁਸੀਂ ਵੇਖ ਲਓ ਕਿ ਜਿਵੇਂ ਨਿਰਪ੍ਰੀਤ ਕੌਰ, ਜਿਹੜੀ 84 ਦਾ ਕਤਲੇਆਮ ਦੀ ਪੀੜ ਉਸਨੇ ਹੰਢਾਈ ਹੈ, ਉਸਦੇ ਪਿਓ ਨੂੰ ਕਤਲ ਕੀਤਾ ਗਿਆ ਉਸਦੇ ਸਾਹਮਣੇ। ਉਹਦੀ ਕਹਾਣੀ ਅਸੀਂ ਡਿਸਕਸ ਕਰ ਚੁੱਕੇ ਹਾਂ ਪਹਿਲਾਂ ਵੀ। ਨਿਰਪ੍ਰੀਤ ਕੌਰ ਨੇ ਜਦੋਂ ਭੁੱਖ ਹੜਤਾਲ ਰੱਖੀ, ਮਰਨ ਵਰਤ ਰੱਖਿਆ 84 ਦਾ ਇਨਸਾਫ ਲੈਣ ਲਈ, ਅਕਾਲ ਤਖਤ ਦੇ ਜਿਹੜੇ ਜਥੇਦਾਰ, ਜਿਹੜੇ ਬਾਦਲ ਪੱਖੀ ਕਹਿ ਸਕਦੇ ਹਾਂ, ਉਹਨਾਂ ਨੇ ਇਸ ਕਿਸਮ ਦੀ ਉਹਦੀ ਭੰਡੀ ਕੀਤੀ ਕਿ ਵੀ ਤੂੰ ਤਾਂ ਸਿੱਖ ਮਰਿਆਦਾ ਦੇ ਉਲਟ ਚੱਲ ਰਹੀ ਹੈ, ਸਾਡੇ ਤਾਂ ਮਰਿਆਦਾ ਹੀ ਹੈ ਨਹੀਂ ਆਪਣੀ। ਕਮਾਲ ਦੀ ਗੱਲ, ਤੁਹਾਨੂੰ ਦਰਸ਼ਨ ਸਿੰਘ ਫੇਰੂਮਾਨ ਭੁੱਲ ਗਿਆ ਜਿਸ ਨੇ ਅਰਦਾਸ ਦੀ ਮਰਿਆਦਾ ਦੀ ਖਾਤਰ ਮਰਨ ਵਰਤ ਰੱਖਿਆ। ਕਮਾਲ ਦੀ ਗੱਲ। ਫਿਰ ਦੂਜੇ ਪਾਸੇ ਮੈਂ ਫਿਰ ਦੁਬਾਰਾ ਉਸ ਗੱਲ 'ਤੇ ਆਊਂਗਾ ਕਿ ਜਿਹੜੇ ਪੰਜਾਬੀ ਬੋਲੀ ਦੇ ਸ਼ੈਦਾਈ ਨੇ, ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜੇ ਅਰਦਾਸ ਵੀ ਸੀ, ਉਹ ਮਕਸਦ ਕੀ ਸੀਗਾ? ਕਿ ਪੰਜਾਬੀ ਬੋਲੀ ਦੇ ਆਦਰ ਮਾਨ ਦੀ ਗੱਲ ਨਹੀਂ ਸੀ ਉਹ 'ਚ ਹੋਈ? ਫਿਰ ਨਾਲ ਦੀ ਨਾਲ ਸਿੱਖ ਹੋਮਲੈਂਡ ਦੀ ਗੱਲ ਵੀ ਹੈ, ਯਾਨੀ ਕਿ ਸਿੱਖ ਲੀਡਰਸ਼ਿਪ 'ਤੇ ਸਮੁੱਚੇ ਤੌਰ 'ਤੇ ਸਵਾਲ ਖੜਾ ਹੁੰਦਾ ਕਿ ਸਿੱਖ ਪਛਾਣ ਦਾ ਮਸਲਾ, ਸਿੱਖਾਂ ਦੀ ਅੱਡਰੀ ਪਛਾਣ ਦਾ ਮਸਲਾ ਅੱਜ ਸਗੋਂ ਹੋਰ ਜ਼ਿਆਦਾ ਪ੍ਰਸੰਗਕ ਹੋ ਚੁੱਕਿਆ। ਅਤੇ ਤੁਸੀਂ ਮਤਲਬ ਕਿਹੜੇ ਪਾਸੇ ਤੁਰੇ ਫਿਰਦੇ ਹੋ? ਦਰਸ਼ਨ ਸਿੰਘ ਫੇਰੂਮਾਨ ਨਾਲ ਜਿਹੜਾ ਧਰੋਹ ਕਰਨ ਲਈ ਸਭ ਤੋਂ ਵੱਡੇ ਕਸੂਰਵਾਰ ਇਹ ਨੇ। ਕਾਂਗਰਸ ਦੇ ਖੱਬੇ ਪੱਖੀਆਂ ਦਾ ਕਸੂਰ ਇਹ ਹੈ ਕਿ ਜਿਹੜਾ ਪਿਛਲਾ ਰੋਲ ਸੀ ਆਜ਼ਾਦੀ ਦੀ ਲੜਾਈ ਦੇ ਵਿੱਚ, ਜਿਸ ਦੇ ਲਈ ਉਸਨੂੰ ਜੇਲ੍ਹ ਵੀ ਜਾਣਾ ਪਿਆ, ਸੰਤਾਪ ਭੋਗਣਾ ਪਿਆ, ਉਸ ਨੂੰ ਸਾਰਿਆਂ ਨੂੰ ਤੁਸੀਂ ਪੋਚਾ ਫੇਰਦੇ ਹੋ
ਤੇ ਸਿਰਫ ਇਸ ਕਰਕੇ ਕਿ ਉਸਨੇ ਬਾਅਦ 'ਚ ਪੰਜਾਬੀ ਲਈ ਜਾਂ ਅਰਦਾਸ ਦੀ ਮਰਿਆਦਾ ਲਈ ਜਾਂ ਸਿੱਖੀ ਪਛਾਣ ਲਈ ਮਰਨ ਵਰਤ ਰੱਖਿਆ ਤੇ ਇਸ 'ਤੇ ਪੋਚਾ ਫੇਰ ਦਿਓ, ਇਹ ਗੱਲ ਇਨਸਾਫ ਨਹੀਂ ਕੀਤਾ ਉਹਨਾਂ ਨੇ ਵੀ। ਸੋ ਇਹ ਸਾਰੇ ਹੀ ਕਸੂਰਵਾਰ ਨੇ ਹਰ ਇੱਕ ਪੱਧਰ 'ਤੇ। ਉਹਦੀ ਬਹੁਤ ਪੱਖੀ ਸ਼ਖਸੀਅਤ ਸੀਗੀ, ਉਸ ਨੂੰ ਉਸ ਤਰੀਕੇ ਨਾਲ ਲਿਆ ਜਾਵੇ। ਜੇ ਉਹ ਸੰਘਰਸ਼ ਕਰ ਰਿਹਾ, ਸੰਘਰਸ਼ਸ਼ੀਲ ਵਿਅਕਤੀ ਸੀ, ਉਸਨੇ ਹਰ ਪੜਾਅ 'ਤੇ ਸੰਘਰਸ਼ ਕੀਤਾ ਔਰ ਹਰ ਇੱਕ ਤਰ੍ਹਾਂ ਦੀ ਲੜਾਈ, ਹਰ ਇੱਕ ਤਰ੍ਹਾਂ ਦੀ ਜਦੋਂ ਜਹਿਦ ਉਸਦਾ ਆਪਣੇ ਆਪ 'ਚ ਆਪਣਾ ਥਾਂ ਸੀ। ਅੱਜ ਉਹ ਸਾਰੀਆਂ ਜਦੋਂ ਜਦਾਂ ਇਕੱਠੀਆਂ ਕਰਕੇ ਵੇਖ ਲਓ, ਜੋ ਹਾਲਾਤ ਇੰਡੀਆ 'ਚ ਬਣੇ ਹੋਏ ਇਸ ਵੇਲੇ, ਹਾਂਜੀ, ਉਹ ਸਾਰੀਆਂ ਹੀ ਲੜਾਈਆਂ ਪ੍ਰਸੰਗਕ ਨੇ। ਪਰ ਕਿਉਂਕਿ ਦੁੱਖ ਦੀ ਗੱਲ ਹੈ ਕਿ ਜਿੰਨੀਆਂ ਵੀ ਜਥੇਬੰਦੀਆਂ ਨੇ, ਜਿਹੜੀਆਂ ਤਾਂਗਾ ਪਾਰਟੀਆਂ ਬਣੀਆਂ ਹੋਈਆਂ, ਇਹਨਾਂ ਦੇ ਏਜੰਡੇ 'ਚ ਫਿੱਟ ਨਹੀਂ ਆਉਂਦਾ, ਇਸ ਕਰਕੇ ਉਹਨੂੰ ਵਿਸਾਰ ਦਿੱਤਾ ਗਿਆ। ਇੱਕ ਇਹ ਵੀ ਬੜੀ ਅਹਿਮ ਗੱਲ ਹੈ ਕਿ ਜਦੋਂ ਅੱਜ ਦੀ ਪ੍ਰਸੰਗਿਕਤਾ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਜੋ ਸ਼ਹਾਦਤ ਹੈ ਉਸ ਨੂੰ ਅੱਜ ਦੇ ਸੰਦਰਭ 'ਚ ਵਿਚਾਰੀਏ ਤਾਂ ਜਿਹੜਾ ਸੰਘਰਸ਼ ਇਸ ਵੇਲੇ ਫਾਸ਼ੀਵਾਦੀ ਤਾਕਤਾਂ ਦੇ ਖਿਲਾਫ ਲੜਿਆ ਜਾ ਰਿਹਾ, ਜਾਂ ਜਿਹੜੀ ਜੋ ਕੇਂਦਰ ਵੱਲੋਂ ਪੰਜਾਬ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਅੱਜ ਪੰਜਾਬ ਦੇ ਕੁੱਲ ਮਿਲਾ ਕੇ ਅਸੀਂ ਕਿਸਾਨਾਂ ਦੀ, ਮਜ਼ਦੂਰਾਂ ਦੀ, ਬਾਕੀ ਵਰਗਾਂ ਦੀ ਗੱਲ ਕਰਦੇ ਹਾਂ, ਉਹ ਜੋ ਸੰਤਾਪ ਹੰਢਾ ਰਹੇ ਨੇ, ਤੇ ਦਰਸ਼ਨ ਸਿੰਘ ਫੇਰੂਮਾਨ ਦਾ ਸੰਘਰਸ਼ ਇੱਕ ਸ਼ਹੀਦ ਦੇ ਤੌਰ 'ਤੇ ਵਿਚਾਰਨਾ ਚਾਹੀਦਾ, ਇਸ ਨੂੰ ਇੱਕ ਸਿੰਬਲ ਦੇ ਤੌਰ 'ਤੇ ਮੰਨਣਾ ਚਾਹੀਦਾ। ਮੈਨੂੰ ਲੱਗਦਾ ਹੈ ਕਿ ਜੇ ਇਸ ਸੰਘਰਸ਼ ਨੂੰ ਇਹਨਾਂ ਯੋਧਿਆਂ ਦੇ, ਦਰਸ਼ਨ ਸਿੰਘ ਫੇਰੂਮਾਨ ਵਰਗੇ ਯੋਧਿਆਂ ਦੇ ਨਾਂ 'ਤੇ ਸਮਰਪਿਤ ਕੀਤਾ ਜਾਏ ਤਾਂ ਦ੍ਰਿੜਤਾ ਦਾ ਅਹਿਸਾਸ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਬਚਨ ਪੁਗਾਏ। ਜੇ ਸਿੱਖ ਹੋਮਲੈਂਡ ਵੀ ਹੈ ਤਾਂ ਐਂਡ ਆਫ ਦੀ ਡੇ ਗੱਲ ਤਾਂ ਉਹੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਿਸ ਤਰ੍ਹਾਂ ਖਾਲਸਾ ਰਾਜ ਸੀ, ਪਰ ਸਾਰੀਆਂ ਜਾਤਾਂ, ਰੰਗ, ਨਸਲ, ਵਰਗ ਸਾਰੇ, ਈਵਨ ਭਾਰਤ ਤੇ ਭਾਰਤ ਤੋਂ ਬਾਹਰਲੇ ਵੀ ਜਿਹੜੇ ਸਨ, ਉਹਨਾਂ ਨੂੰ ਵੀ ਬਰਾਬਰਤਾ ਮਿਲੀ। ਜਾਂ ਉਸ ਤੋਂ ਅੱਗੇ ਜਾਈਏ, ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ, ਜੋ ਸਿੱਖ ਰਾਜ ਜਿਹੜਾ ਉਹਨਾਂ ਨੇ ਸਥਾਪਿਤ ਕੀਤਾ, ਮਜ਼ਦੂਰਾਂ, ਦਬੇ ਕੁਚਲੇ ਲੋਕਾਂ ਜਾਂ ਉਹਨਾਂ ਸਾਰਿਆਂ ਦੇ ਜਿਹੜੇ ਧਰਤੀ ਦੇ ਪੁੱਤਰ ਸਨ, ਜ਼ਮੀਨ ਦੇ ਹਲਵਾਕ ਸਨ, ਜ਼ਮੀਨ ਦੇ ਮਾਲਕ ਬਣੇ। ਸੋ ਦਰਸ਼ਨ ਸਿੰਘ ਫੇਰੂਮਾਨ ਦੀ ਪ੍ਰਸੰਗਿਕਤਾ ਕੁੱਲ ਮਿਲਾ ਕੇ ਅੱਜ ਦੇ ਸਮੇਂ ਦੇ ਵਿੱਚ ਇਸ ਸੰਦਰਭ ਦੇ ਵਿੱਚ ਕਿਵੇਂ ਹੈ? ਦੇਖੋ, ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜਿਹੜਾ ਖੁਦ ਮੁਖਤਾਰੀ ਦੀ ਮੰਗ ਤਾਂ ਵੱਖ-ਵੱਖ ਸੂਬਿਆਂ ਵੱਲੋਂ ਉੱਠ ਰਹੀ ਹੈ ਜੀ, ਉਸ ਨਾਤੇ ਤਾਂ ਉਹ ਲੜਾਈ ਤਾਂ ਪ੍ਰਸੰਗਕ ਹੈ ਹੀ। ਅਨੰਦਪੁਰ ਸਾਹਿਬ ਦਾ ਮਤਾ ਵੀ ਪ੍ਰਸੰਗਕ ਹੈ ਜੀ। ਬੇਸ਼ੱਕ ਉਸ ਨੂੰ ਹੁਕਮਰਾਨਾਂ ਨੇ ਆਪਣੇ ਵੱਲੋਂ ਰੱਦੀ ਦੇ ਆਪਣਾ ਟੋਕਰੀ ਸੁੱਟ ਦਿੱਤਾ ਜੀ, ਪਰ ਉਹ ਜੋ ਮਰਜ਼ੀ ਕਰੀ ਜਾਣ, ਪਰ ਉਸਦੀ ਜਿਹੜੀ ਸਪਿਰਿਟ ਹੈ ਉਹ ਤੁਸੀਂ ਮਾਰ ਨਹੀਂ ਸਕਦੇ, ਬਿਲਕੁਲ ਸਹੀ, ਉਹਨੂੰ ਕੁਚਲ ਨਹੀਂ ਸਕਦੇ। ਉਹ ਸਿੱਖ ਬਣਾ ਦੇ ਵਿੱਚ ਉਹਨਾਂ ਦੀ ਮਾਨਸਿਕਤਾ ਵਿੱਚ ਉਸ ਵੇਲੇ ਰਚੀ ਹੋਈ ਹੈ, ਬਿਲਕੁਲ। ਸੋ ਦਰਸ਼ਨ ਸਿੰਘ ਫੇਰੂਮਾਨ ਦੀ ਜਿਹੜੀ ਉਹ ਲੜਾਈ ਸੀਗੀ, ਉਹ ਉਸ ਰੂਪ 'ਚ ਵੇਖਿਆ ਜਾਵੇ ਤਾਂ ਅੱਜ ਵੀ ਪ੍ਰਸੰਗਕ ਹੈ। ਔਰ ਮੈਂ ਜ਼ਾਹਿਰਾ ਤੌਰ 'ਤੇ ਕਹਿੰਦਾ ਕਿ ਜਿਹੜਾ ਦਰਸ਼ਨ ਸਿੰਘ ਫੇਰੂਮਾਨ ਦਾ ਸਿੱਖ ਹੋਮਲੈਂਡ ਦਾ ਸੰਕਲਪ ਸੀਗਾ, ਉਹ ਕੋਈ ਵੱਖਰੇ ਹੋਣ ਦਾ ਨਹੀਂ ਸੀਗਾ। ਵਿਦਨ ਇੰਡੀਆ ਉਹ ਇੱਕ ਖੁਦ ਮੁਖਤਿਆਰ ਸੂਬੇ ਦੀ ਗੱਲ ਉਹ ਕਰ ਰਹੇ ਸੀ। ਜਿਹੜਾ ਵਾਅਦਾ ਨਹਿਰੂ ਨੇ ਖੁਦ ਕੀਤਾ ਤੇ ਖੁਦ ਹੀ ਮੁੱਕਰ ਗਿਆ, ਆਪ ਹੀ ਕਰਕੇ ਤੇ ਆਪ ਹੀ ਪਿੱਛੇ ਹਟ ਗਿਆ। ਗੱਲ ਤਾਂ ਇਹੀ ਹੋਈ ਆ। ਔਰ ਜ਼ਾਹਿਰਾ ਤੌਰ 'ਤੇ ਜਿਸ ਤਰ੍ਹਾਂ ਦੀ ਸੋਚ ਸੀ ਦਰਸ਼ਨ ਸਿੰਘ ਫੇਰੂਮਾਨ ਦੀ, ਉਹਨਾਂ ਸਾਹਮਣੇ ਸੰਕਲਪ ਵੀ ਕਲੀਅਰ ਹੋਊਗਾ ਕਿਸ ਕਿਸ ਦਾ ਸੰਕਲਪ ਸੋਚ ਰਹੇ ਸੀ। ਬੰਦਾ ਸਿੰਘ ਬਹਾਦਰ ਦਾ ਵੀ ਸੀਗਾ, ਮਹਾਰਾਜਾ ਰਣਜੀਤ ਸਿੰਘ ਦਾ ਵੀ ਸੀਗਾ, ਬਿਲਕੁਲ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਇਸ ਕਿਸਮ ਦੇ ਜਿਹੜੇ ਫਰਜ਼ੀ ਜਿਹੜੇ ਸਿੱਖ ਨੇ, ਜਿਹੜੇ ਬਾਅਦ 'ਚ ਅਗਵਾਈ ਦਿੰਦੇ ਰਹੇ, ਭਾਜਪਾ ਦੇ ਵੀ ਜਿਹੜੇ ਨਾਲ ਉਹਨਾਂ ਦੇ ਹਮ ਖਿਆਲੀ, ਬਿਲਕੁਲ, ਇਹਨਾਂ ਨੇ ਬੜੇ ਦਾਅਵੇ ਕੀਤੇ ਜੀ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲੈ ਕੇ ਆਵਾਂਗੇ। ਸਿੰਬੋਲਿਕ ਤੌਰ 'ਤੇ ਬੜੀਆਂ ਬੜੀਆਂ ਟਾਰਾਂ ਮਾਰੀਆਂ, ਇਨਾਮ ਰੱਖ ਦਿੱਤਾ ਇੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਂ 'ਤੇ ਅਵਾਰਡ, ਕਿ ਜਿਹੜਾ ਭ੍ਰਿਸ਼ਟਾਚਾਰ ਜਿਹੜਾ ਕਰਦਾ, ਉਹਨੂੰ ਐਕਸਪੋਜ਼ ਕਰੂਗਾ, ਉਹਨੂੰ ਇਨਾਮ ਦੇਵਾਂਗੇ। ਪਰ ਆਪ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ, ਆਪ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਤੋਂ ਉਲਟ ਕੀਤਾ। ਸੋ ਇਹ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਇਹਨਾਂ ਨੇ ਵਰਤਿਆ। ਉਸ ਕਰਕੇ ਲੋਕਾਂ ਦੇ ਮਨ 'ਚ ਨਿਰਾਸ਼ਤਾ ਜ਼ਰੂਰ ਆਉਂਦੀ ਕਿ ਵੀ ਸਿੱਖ ਰਾਜ ਕਿਹੋ ਜਿਹਾ ਹੋਊਗਾ, ਬੇਚੈਨੀ ਆਏਗੀ। ਜਾਂ ਖਾੜਕੂਬਾਦ ਵੇਲੇ ਜੋ ਜ਼ਿਆਦਤੀਆਂ ਹੋਈਆਂ, ਉਸ ਕਰਕੇ ਲੋਕੀ ਮਹਿਸੂਸ ਕਰਦੇ ਨੇ ਬੇਚੈਨੀ ਉਹਨਾਂ ਦੇ ਵਿੱਚ ਹੈ। ਪਰ ਇਹ ਸਵਾਲ ਆਪਣੇ ਆਪ 'ਚ ਜਾਇਜ਼ ਹੈ ਕਿ ਉਹਨਾਂ ਨੂੰ ਇੱਕ ਹੱਕ ਤਾਂ ਦਿਓ। ਅਫਸੋਸ ਦੀ ਗੱਲ, ਉਹਨੂੰ ਕਿਸੇ ਨੌਜਵਾਨ ਜਿਹੜੇ ਕਹਿ ਰਹੇ 2020 ਰੈਫਰੈਂਡਮ ਅਸੀਂ ਕਰਾਉਣਾ, ਉਹਨਾਂ ਦੀ ਉਹ ਭੱਦ ਕੀਤੀ ਜਾਂਦੀ ਉੱਥੇ ਦੀ ਮੀਡੀਆ ਦੇ ਵਿੱਚ। ਉਹਨਾਂ ਨੂੰ ਮਾਰ, ਦਹਿਸ਼ਤਗਰਦ, ਅੱਤਵਾਦੀ, ਪਤਾ ਨਹੀਂ ਕਿਹੜੇ ਕਿਹੜੇ ਵਿਸ਼ੇਸ਼ਣ ਦਿੱਤੇ ਗਏ, ਜਦੋਂ ਕਿ ਉਹ ਸਿਰਫ ਇਹ ਕਹਿ ਰਹੇ ਕਿ ਰੈਫਰੈਂਡਮ ਕਰਨ ਦਾ ਮੌਕਾ ਸਾਨੂੰ ਦਿਓ ਡੈਮੋਕ੍ਰੈਟਿਕ ਤਰੀਕੇ ਦੇ ਨਾਲ। ਹਥਿਆਰਬੰਦ ਲੜਾਈ ਦੀ ਉਹ ਗੱਲ ਵੀ ਨਹੀਂ ਕਰ ਰਹੇ, ਉਹਨਾਂ ਦਾ ਉਹ ਵੀ ਬਰਦਾਸ਼ਤ ਨਹੀਂ ਹੋ ਰਿਹਾ। ਸੁਨੀਲ ਦੱਤ ਵਰਗੇ ਲੀਡਰ ਨੇ ਕਿਹਾ ਵੀ ਪੰਜਾਬ ਦਾ ਨਾਂ ਖਾਲਿਸਤਾਨ ਰੱਖ ਦਿਓ ਕਿਉਂਕਿ ਪੰਜ ਦਰਿਆ ਉੱਥੋਂ ਨਹੀਂ ਵਗਦੇ, ਤੇ ਉਹਦੇ ਗੱਲ ਪੈ ਨਿਕਲੇ। ਸੋ ਇਸ ਕਿਸਮ ਦੀਆਂ ਰਿਆਇਤਾਂ ਦੇਣ ਨੂੰ ਤਿਆਰ ਹੀ ਹੈ ਨਹੀਂ ਹੈ। ਸੋ ਉੱਥੇ ਕਿਸ ਹਿਸਾਬ ਨਾਲ ਅਸੀਂ ਇਸ ਗੱਲ ਦੀ ਆਸ ਕਰਾਂਗੇ ਕਿ ਉਹ ਖੁਦ ਮੁਖਤਾਰੀ ਮਿਲੂਗੀ? ਪਰ ਉਹ ਲੜਾਈ ਜਿਹੜੀ ਹੈ 100% ਅੱਜ ਵੀ ਪ੍ਰਸੰਗਕ ਹੈ। ਜਦੋਂ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਹਾਂ, ਅਕਾਲੀ ਦਲ ਦੇ ਨਾਂ ਦੀ, ਅੱਜ ਅਕਾਲੀ ਦਲ ਬੜੇ ਬਣੇ ਨੇ। ਅੱਜ ਅਕਾਲੀ ਦਲ ਮੁੱਖ ਤੌਰ 'ਤੇ ਜਿਨ੍ਹਾਂ ਦੀ ਗੱਲ ਕਰਦੇ ਆ, ਉੱਥੇ ਬਾਦਲ ਅਕਾਲੀ ਦਲ ਕਿਹਾ ਜਾਂਦਾ, ਫਿਰ ਡੈਮੋਕ੍ਰੇਟਿਕ ਅਕਾਲੀ ਦਲ, ਇੱਕ ਹੋਰ ਅਕਾਲੀ ਦਲ ਟਕਸਾਲੀ ਸਾਹਿਬ ਦੇ ਵੀ ਨਾਂ 'ਤੇ ਬਣਿਆ ਸੀ ਇੱਕ। ਇਹੀ ਮੈਂ ਸਵਾਲ ਕਰਨ ਲੱਗਿਆ ਸੀ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਨਾਂ 'ਤੇ ਇੱਕ ਵੱਖਰਾ ਅਕਾਲੀ ਦਲ ਬਣਾ ਦਿੱਤਾ ਗਿਆ। ਮੈਂ ਉਸ ਚੀਜ਼ ਨੂੰ ਦੇਖਿਆ, ਮੈਂ ਉਸ ਸਮੇਂ ਜਲੰਧਰ ਦੇ ਵਿੱਚ ਕੁਝ ਇੱਕ ਸਮਾਗਮਾਂ ਦੇ ਵਿੱਚ ਉਹਨਾਂ ਦੀ ਜਾਣ ਦਾ ਮੌਕਾ ਵੀ ਮਿਲਿਆ। ਇਹ 1980-82 ਦੀ ਗੱਲ ਹੈ। ਅਤੇ ਜਦੋਂ ਮੈਂ ਦੇਖਦਾ ਸੀ, ਮੈਂ ਕਿਹਾ ਵੀ ਦਰਸ਼ਨ ਸਿੰਘ ਫੇਰੂਮਾਨ ਅਕਾਲੀ ਦਲ ਫੇਰੂਮਾਨ ਬ੍ਰੈਕਟ 'ਚ ਪਾਇਆ ਸੀ, 4 ਕੁ ਬੰਦੇ ਹੁੰਦੇ ਸੀ ਉਹੀ, ਅਤੇ ਉਹਨਾਂ ਨੂੰ ਪਹਿਲਾਂ ਹੀ ਉਹਨਾਂ ਨੇ ਵੱਖ ਜਿਹਾ ਕਰਤਾ।
ਉਹਨਾਂ ਦੀ ਜਾਤ ਰੰਗ ਨਸਲ ਦੇ ਕਾਰਨ ਪਹਿਲਾਂ ਹੀ ਜਿਹੜੇ ਦੂਜੇ ਮੁੱਖ ਧਾਰਾ ਦੇ ਅਕਾਲੀ ਦਲ ਸਨ, ਫਿਰ ਉਹਨਾਂ ਨੂੰ ਵੀ ਮਹਿਸੂਸ ਹੋ ਰਿਹਾ ਸੀ ਕਿ ਤੁਸੀਂ ਵੱਖਰਾ ਅਕਾਲੀ ਦਲ ਬਣਾ ਕੇ ਕੀ ਸਾਬਤ ਕਰ ਰਹੇ ਹੋ। ਪਰ ਉਹ ਇਹੀ ਕਹਿ ਰਹੇ ਸਨ ਕਿ ਆ ਜਿਹੜੇ ਮੁੱਖ ਅਕਾਲੀ ਦਲ ਦੇ ਉੱਪਰ ਕਾਬਜ਼ ਲੋਕ ਨੇ, ਇਹ ਤਾਂ ਨਾਂ ਤੱਕ ਨਹੀਂ ਲੈਣਾ ਚਾਹੁੰਦੇ ਦਰਸ਼ਨ ਸਿੰਘ ਫੇਰੂਮਾਨ ਦਾ। ਅਸੀਂ ਉਹਨਾਂ ਨੂੰ ਯਾਦ ਤਾਂ ਕਰੀਏ, ਜੇ 4 ਬੰਦੇ ਹੀ ਯਾਦ ਕਰਦੇ ਹਾਂ ਤਾਂ ਕਰ ਲਈਏ। ਸੋ ਦੁੱਖ ਤਾਂ ਹੁੰਦਾ ਹੈ ਜੇ ਅੱਜ ਵੀ ਜਿਵੇਂ ਇਹ ਪ੍ਰੋਗਰਾਮ ਚੱਲ ਰਿਹਾ 28 ਤਰੀਕ ਦਾ ਦਿਨ ਪੰਜਾਬ ਦੇ ਵਿੱਚ ਵੀ ਚੜ੍ਹਿਆ, 27 ਤਰੀਕ ਨੂੰ ਜਿਸ ਤਰ੍ਹਾਂ ਦੀ ਉਹਨਾਂ ਦੀ ਬਰਸੀ ਜਾਂ ਉਹਨਾਂ ਦੀ ਸ਼ਹਾਦਤ ਹੈ, ਇੱਥੇ ਕੈਨੇਡਾ ਦੇ ਵਿੱਚ ਵੀ ਦੇਖਦੇ ਹਾਂ ਕਿੱਥੇ ਕਿਵੇਂ ਕਿਸ ਲੈਵਲ 'ਤੇ ਯਾਦ ਕੀਤਾ ਗਿਆ, ਕਿੰਨਾ ਕੁ ਮੀਡੀਆ ਪੱਧਰ 'ਤੇ ਯਾਦ ਕੀਤਾ ਗਿਆ, ਸੰਸਥਾਵਾਂ ਪੱਧਰ 'ਤੇ ਯਾਦ ਕੀਤਾ ਗਿਆ। ਫਿਰ ਇਹੀ ਹੁੰਦਾ ਕਿ ਇੱਕੋ ਹੀ ਪੂਣੀ ਜਿਹੜੀ ਕਤਲੀ ਸ਼ੋਭ ਦੇ ਵਿੱਚੋਂ ਤਾਂ ਵੀ ਠੀਕ ਹੈ। ਪਰ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਗੁਰਦਸ ਜੀ ਕਿ ਤੁਸੀਂ ਟਾਈਮ ਕੱਢਿਆ ਚੈਨਲ ਪੰਜਾਬੀ 'ਤੇ ਕਿ ਉਹਨਾਂ ਬਾਰੇ ਪ੍ਰੋਗਰਾਮ ਕੀਤਾ ਜਾਵੇ। ਸ਼ੁਕਰੀਆ। ਇਹ ਜ਼ਿੰਮੇਵਾਰੀ ਬਾਕੀ ਵੀ ਲੈ ਸਕਦੇ ਸੀਗੇ। ਹੁਣ ਜੇ ਵੇਖਿਆ ਜਾਵੇ ਤਾਂ ਅੱਜ ਅਸੀਂ ਇੱਥੇ ਪੰਜਾਬੀ ਵਿੱਚ ਆਪਣਾ ਜਾਬਾਂ ਦਾ ਭੇੜ ਕਰ ਰਹੇ ਹਾਂ। ਇੱਥੇ ਹਾਂਜੀ, ਸਾਨੂੰ ਕੋਈ ਮੰਚ ਮਿਲੇ ਹੋਏ ਆ, ਮਾਈਕ ਸਾਡੇ ਮੂਹਰੇ ਆਇਆ ਹੋਇਆ, ਕੋਈ ਹੋਸਟ ਕਹਾਉਂਦਾ, ਕੋਈ ਕਹਿੰਦਾ ਮੈਂ ਸੁਪਰ ਹੋਸਟ ਹਾਂ, ਆਪਣੇ ਆਪ ਨੂੰ ਜਰਨਲਿਸਟ ਕਹਿੰਦੇ ਆ। ਪਰ ਤੁਹਾਨੂੰ ਅੱਜ ਪੰਜਾਬੀ ਬੋਲਣ ਦਾ ਮੌਕਾ ਮਿਲਿਆ, ਤੁਸੀਂ ਪੰਜਾਬੀ 'ਚ ਰੋਟੀ ਵੀ ਖਾਂਦੇ ਹੋ, ਪੰਜਾਬੀ ਜ਼ੁਬਾਨ ਅਸਲ 'ਚ ਤੁਹਾਡੀ ਸੇਵਾ ਕਰ ਰਹੀ, ਤੁਸੀਂ ਪੰਜਾਬੀ ਦੇ ਸੇਵਾਦਾਰ ਨਹੀਂ ਗਏ, ਅਸਲੀਅਤ ਇਹ ਹੈ। ਜੇ ਮੈਂ ਆਪਣੀ ਗੱਲ ਕਰਾਂ, ਮੈਂ ਤਾਂ ਸੱਚਮੁੱਚ ਹੀ ਪੰਜਾਬੀ ਜਿਹੜੀ ਹੈ ਮੇਰੀ ਸੇਵਾ ਕਰ ਰਹੀ ਹਾਂ। ਕਿਉਂਕਿ ਦੇਖੋ ਮੈਂ ਅੰਗਰੇਜ਼ੀ ਅਖਬਾਰਾਂ 'ਚ ਕੰਮ ਕੀਤਾ, ਪੰਜਾਬੀ ਮੈਨੂੰ ਲਿਖਣੀ ਵੀ ਨਹੀਂ ਸੀ ਆਉਂਦੀ। ਇੱਥੇ ਆਇਆ ਮੈਨੂੰ ਅੰਗਰੇਜ਼ੀ ਅਖਬਾਰਾਂ ਕੋਈ ਸਪੋਰਟ ਨਹੀਂ ਮਿਲੀ, ਅਖੀਰ ਪੰਜਾਬੀ ਮੀਡੀਆ ਮੇਰੇ ਕੰਮ ਆਇਆ। ਸੋ ਪੰਜਾਬੀ ਨੇ ਮੇਰੀ ਸੇਵਾ ਕੀਤੀ, ਮੈਂ ਤਾਂ ਪੰਜਾਬੀ ਦੀ ਸੇਵਾ ਨਹੀਂ ਕੀਤੀ। ਪਰ ਮੈਂ ਜਦੋਂ ਪੰਜਾਬੀ ਬਾਰੇ ਸੋਚਦਾ ਤਾਂ ਮੇਰੇ ਮਨ 'ਚ ਬਾਰ-ਬਾਰ ਇਹ ਗੱਲ ਆਉਂਦੀ ਕਿ ਮੈਂ ਉਹਨਾਂ ਨੂੰ ਘੱਟੋ ਘੱਟ ਉਹਨਾਂ ਨੂੰ ਆਦਰ ਮਾਣ ਦੇਵਾਂ ਜਿਨ੍ਹਾਂ ਨੇ ਪੰਜਾਬੀ ਜ਼ੁਬਾਨ ਦਾ ਬੂਟਾ ਲਾਇਆ ਜਾਂ ਉਹਦਾ ਬੂਟਾ ਹਰਿਆਵਲ ਕੀਤਾ ਕੁਰਬਾਨੀਆਂ ਦੇ ਕੇ। ਅੱਜ ਅਸੀਂ ਜੇ ਪੰਜਾਬੀ ਦੇ ਵਿੱਚ ਤਾਰਾ ਮਾਰਦੇ ਫਿਰਦੇ ਹਾਂ ਤਾਂ ਇਹ ਦੇਣ ਉਹਨਾਂ ਦੀ ਹੈ। ਪਰ ਅਫਸੋਸ ਦੀ ਗੱਲ ਕਿ ਇਹ ਹੁਣ ਮਤਲਬ ਮੈਂ ਇਹ ਕਹੂੰਗਾ ਕਿ ਫੇਰੂਮਾਨ ਨੂੰ ਸਿਰਫ ਕਿਸੇ ਇੱਕ ਅਖੌਤੀ ਅਕਾਲੀ ਦਲ ਦੇ ਜਿਹੜਾ ਹੈ ਨਾ ਉਹਦੇ 'ਚ ਫਿੱਟ ਕਰਨ ਦੀ ਲੋੜ ਨਹੀਂ, ਕਿਉਂਕਿ ਉਹ ਕੱਦ ਬਹੁਤ ਉੱਚਾ। ਅਕਾਲੀ ਦਲ ਦੀ ਤਾਂ ਇਹ ਜ਼ਿੰਮੇਵਾਰੀ ਪੱਕਾ ਬਣਦੀ ਕਿ ਉਹਨਾਂ ਨੂੰ ਯਾਦ ਵੀ ਕਰਨ, ਉਹਨਾਂ ਦੇ ਪਾਏ ਰਸਤੇ ਮਤਲਬ ਪੂਰਨਿਆਂ 'ਤੇ ਵੀ ਚੱਲਣ, ਜਿਹਦੀ ਗੱਲ ਹੋ ਨਹੀਂ ਰਹੀ। ਕੱਟਿਆਂ ਨੂੰ ਦੁੱਧ ਦੀ ਆਸ ਪਾ ਲਾਈ ਬੈਠੇ ਆ, ਪਰ ਕਰਨਾ ਉਹਨਾਂ ਨੂੰ ਚਾਹੀਦਾ ਸੀਗਾ ਜੀ। ਇੱਕ ਛੋਟਾ ਮੋਟਾ ਕੋਈ ਅਕਾਲੀ ਦਲ ਬਣਾ ਕੇ ਉਹਨਾਂ ਦੇ ਨਾਂ 'ਤੇ ਉਹ ਕੋਈ ਸੇਵਾ ਨਹੀਂ ਹੈ। ਬਿਲਕੁਲ ਸੋਚ 'ਤੇ ਪੈਰਾ ਦਿੱਤਾ ਜਾਵੇ, ਕਿਉਂਕਿ ਜਿਹੜਾ ਫੇਰੂਮਾਨ ਅਕਾਲੀ ਦਲ ਦੇ ਨਾਲ ਵੀ ਕੁਝ ਵਿਵਾਦਗ੍ਰਸਤ ਸ਼ਖਸੀਅਤਾਂ ਜੁੜੀਆਂ ਹੋਈਆਂ ਜਿਨ੍ਹਾਂ ਬਾਰੇ ਕੋਈ ਤੌਖਲੇ ਨੇ ਲੋਕਾਂ ਦੇ। ਸੋ ਇਸ ਕਰਕੇ ਉਹ ਬੜੇ ਅਜੀਬੋ ਗਰੀਬ ਜਿਹਾ ਮਾਹੌਲ ਹੈ। ਮੈਂ ਉਸ ਬਹਿਸ 'ਚ ਤਾਂ ਨਹੀਂ ਪੈਣਾ ਚਾਹੁੰਦਾ ਕਿਉਂਕਿ ਮੈਨੂੰ ਲੱਗਦਾ ਉੱਥੇ ਫਿਰ ਅਖੀਰ ਅਸੀਂ ਉਹਨਾਂ ਨੂੰ ਸਿਆਸੀਕਰਨ ਕਰਕੇ ਉਹਨਾਂ ਨੂੰ ਛੋਟਾ ਕਰ ਦੇਵਾਂਗੇ। ਬਿਲਕੁਲ ਜੀ, ਸਹੀ ਗੱਲ। ਫੇਰੂਮਾਨ ਦੀ ਜਿਹੜੀ ਬਹੁਪੱਖੀ ਪਹੁੰਚ ਸੀਗੀ, ਬਹੁਪੱਖੀ ਸ਼ਖਸੀਅਤ ਸਨ, ਉਹ ਕਿਸੇ ਦੇ ਏਜੰਡੇ 'ਚ ਫਿੱਟ ਨਹੀਂ ਹੋ ਰਹੇ ਤੇ ਘੱਟੋ ਘੱਟ ਮਨੁੱਖਤਾਵਾਦੀ ਲੋਕਾਂ ਦੇ ਏਜੰਡੇ 'ਚ ਫਿੱਟ ਨੇ। ਉਹ ਜ਼ਰੂਰ ਉਹਨੂੰ ਚਾਨਣ ਮੁਨਾਰਾ ਸਮਝ ਕੇ ਉਹਨਾਂ ਬਾਰੇ ਵੱਧ ਤੋਂ ਵੱਧ ਗੱਲਬਾਤ ਕਰਨ। ਜਦੋਂ ਅਸੀਂ ਕੈਨੇਡਾ 'ਚ ਬੈਠੇ ਹਾਂ, ਕੈਨੇਡਾ 'ਚ ਪੰਜਾਬੀ ਦੀ ਗੱਲ ਜਦੋਂ ਅਸੀਂ ਕਰਦੇ ਹਾਂ ਤਾਂ ਸੰਨ 2021 ਜਾਣੀ ਕਿ ਅਗਲਾ ਵਰ੍ਹਾ ਮਰਦਮਸ਼ੁਮਾਰੀ ਦਾ ਵਰ੍ਹਾ ਹੈ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਸ਼ਹਾਦਤ ਸਾਡੇ ਦਿਲਾਂ ਦੇ ਵਿੱਚ ਹੈ, ਸਤਿਕਾਰ ਹੈ, ਜਜ਼ਬੇ ਭਰਪੂਰ ਤੁਸੀਂ ਵਿਚਾਰ ਦਿੱਤੇ। ਉਹਨੂੰ ਕਿਸੇ ਫੇਰੂਮਾਨ ਅਕਾਲੀ ਦਲ ਦੀ ਜਾਂ ਕਿਸੇ ਹੋਰ ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਵਿਸ਼ੇਸ਼ ਦੀ ਕੋਈ ਟਿੱਪਣੀ ਦੀ ਲੋੜ ਨਹੀਂ ਜਾਂ ਉਹਨਾਂ ਦੀ ਪ੍ਰਸ਼ੰਸਾ ਦੀ ਲੋੜ ਨਹੀਂ। ਉਹ ਲੋਕਾਂ ਦੇ ਹਰ ਦਿਲ ਅਜ਼ੀਜ਼ ਨੇ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦਾ ਕੱਦ ਇਹਨਾਂ ਸਾਰਿਆਂ ਤੋਂ ਕਿਤੇ ਉੱਚਾ ਹੋ ਗਿਆ, ਜਿਹੜਾ ਕਿ ਹਮੇਸ਼ਾ ਹੀ ਰਹੇਗਾ। ਜਦੋਂ ਤੱਕ ਵੀ ਗੱਲ ਹੋਏਗੀ ਪੰਜਾਬੀ ਦੀ, ਪੰਜਾਬੀ ਜ਼ੁਬਾਨ ਦੀ, ਪੰਜਾਬ ਦੀ ਧਰਤੀ ਦੀ, ਪੰਜਾਬੀ ਬੋਲਦੇ ਇਲਾਕਿਆਂ ਦੀ, ਤਾਂ ਸਭ ਤੋਂ ਪਹਿਲਾਂ ਸ਼ਹਾਦਤ ਦੇ ਉਸ ਜੋ ਖੇਮੇ ਦੇ ਵਿੱਚ ਨਾਂ ਆਏਗਾ ਤਾਂ ਸਭ ਤੋਂ ਪਹਿਲਾਂ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦਾ ਆਏਗਾ। ਪਰ ਇੱਥੇ ਅਸੀਂ ਬੈਠੇ ਹਾਂ, ਇੱਥੇ ਪੰਜਾਬੀ ਦੀ ਗੱਲ ਅਸੀਂ ਕਰਦੇ ਹਾਂ। ਅਸੀਂ ਪੰਜਾਬੀ ਦੀ ਮਰਦਮਸ਼ੁਮਾਰੀ ਦੌਰਾਨ ਜੋ 2021 ਦੇ ਵਿੱਚ ਆਰੰਭ ਹੋਣੀ ਹੈ, ਤਾਂ ਕਿਉਂ ਨਾ ਅਸੀਂ ਇਸ ਦਿਨ ਨੂੰ ਇਉਂ ਮਨਾਈਏ ਜਾਂ ਉਹਨਾਂ ਦੀ ਯਾਦ ਨੂੰ ਇਸ ਤਰ੍ਹਾਂ ਜੀਵਤ ਰੱਖੀਏ ਕਿ ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲਣ ਦਾ ਇੱਕ ਜਿਹੜਾ ਤਹੀਆ ਕਰੀਏ ਅਤੇ ਆਪਣੇ ਜਿਹੜੇ ਫਾਰਮ ਨੇ ਉਹਨਾਂ 'ਚ ਪੰਜਾਬੀ ਲਿਖਾਈਏ ਤਾਂ ਕਿ ਇੱਥੇ ਬੋਲਦੇ ਪੰਜਾਬੀ ਲੋਕ ਆਪਣੀ ਜ਼ੁਬਾਨ ਦਾ ਸਤਿਕਾਰ ਵਧਾ ਸਕਣ, ਇਸ ਗੱਲ ਨੂੰ ਜਿਹੜੀ ਪਰਪੱਕ ਕਰ ਸਕਣ ਕਿ ਇੱਥੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕਿੰਨੀ ਵੱਧ ਹੈ। ਇਸ ਗੱਲ ਨੂੰ ਤੁਸੀਂ ਕਿਵੇਂ ਵੇਖਦੇ ਹੋ? ਮੈਂ ਸਮਝਦਾ ਇਹ ਬਹੁਤ ਵੱਡੀ ਚੁਣੌਤੀ ਅੱਜ ਵੀ, ਕਿਉਂਕਿ ਜੋ ਪੰਜਾਬ 'ਚ ਜਦੋਂ ਹੋਇਆ ਮਰਦਮਸ਼ੁਮਾਰੀ ਜਿਹੜੀ ਹੋਈ ਉੱਥੇ, ਜਿਸ ਦੇ ਵਿੱਚ ਪੰਜਾਬੀ ਜ਼ੁਬਾਨ ਨੂੰ ਧਰੋ ਦੇ ਕੇ ਕਈਆਂ ਨੇ ਆਪਣੀ ਹਿੰਦੀ ਆਪਣੀ ਮਾਂ ਬੋਲੀ ਲਿਖਵਾਈ ਜੀ, ਜਦੋਂ ਕਿ ਉਹ ਘਰ 'ਚ ਵੀ ਆਪਸ 'ਚ ਪੰਜਾਬੀ 'ਚ ਹੀ ਬੋਲਦੇ ਜੀ, ਆਪਣੇ ਨਿਆਣਿਆਂ ਨਾਲ ਪੰਜਾਬੀ 'ਚ ਬੋਲਦੇ। ਅਖਬਾਰਾਂ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਉਹ ਸਿਤਮ ਦੀ ਗੱਲ ਵੇਖੋ ਕਿ ਦੇਵਨਾਗਰੀ ਸਕ੍ਰਿਪਟ 'ਚ ਤਾਂ ਹੁੰਦੀ ਸੀਗੀ, ਲੇਕਿਨ ਉਸ ਤੋਂ ਪਹਿਲਾਂ ਉਰਦੂ ਦੀ ਜਿਹੜੀ ਫਾਰਸੀ ਸਕ੍ਰਿਪਟ 'ਚ ਜਾਂ ਲਿਪੀ 'ਚ ਹੁੰਦੀ ਸੀ। ਫਾਰਸੀ ਲਿਪੀ 'ਚ ਅਖਬਾਰਾਂ ਕੱਢ ਰਹੇ ਹਨ ਸਮਾਚਾਰ, ਅਤੇ ਪੰਜਾਬੀ ਦਾ ਵਿਰੋਧ, ਹਾਲਾਂਕਿ ਪੰਜਾਬੀ ਬੋਲ ਰਹੇ ਨੇ, ਆਪਣੇ ਆਪ ਨੂੰ ਵੀ ਧੋਖਾ ਦੇ ਰਹੇ, ਲੋਕਾਂ ਨੂੰ ਵੀ ਧੋਖਾ ਦੇ ਰਹੇ। ਉਹ ਤਾਕਤਾਂ ਇੱਥੇ ਵੀ ਸਿਰ ਚੁੱਕੀ ਬੈਠੀਆਂ, ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ। ਠੀਕ ਹੈ, ਤੁਸੀਂ ਹਿੰਦੀ ਭਾਸ਼ਾ ਦਾ ਪ੍ਰਚਾਰ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ ਗਾ, ਭਾਸ਼ਾ ਹਰ ਇੱਕ ਜਿਹੜੀ ਹੈ ਉਹਦਾ ਸਤਿਕਾਰ ਆ। ਪਰ ਜਦੋਂ ਸਾਜ਼ਿਸ਼ੀ ਢੰਗ ਨਾਲ ਤੁਸੀਂ ਇਹ ਸੋਚੋ ਕਿ ਅਸੀਂ ਇੱਥੇ ਪੰਜਾਬੀਆਂ ਨੂੰ ਕਿਵੇਂ ਕਾਟ ਲਾਉਣੀ ਹੈ, ਅਸੀਂ ਉਹਨਾਂ ਦੀ ਚੜ੍ਹਾਈ ਨੂੰ ਕਿਵੇਂ ਰੋਕਣਾ, ਅਸੀਂ ਹਿੰਦੀ ਨੂੰ ਕਿਵੇਂ ਮਤਲਬ ਲੋਕਾਂ ਦੇ ਠੋਸਣਾ, ਫਿਰ ਤਾਂ ਦਿੱਕਤ ਹੋਏਗੀ। ਔਰ ਇੱਥੇ ਵੀ ਪ੍ਰਚਾਰ ਹੋ ਰਿਹਾ,
ਹਿੰਦੂ ਕਮਿਊਨਿਟੀ ਵਿੱਚ ਇਸ ਕਿਸਮ ਦਾ ਪ੍ਰਚਾਰ ਕਰ ਰਹੇ ਨੇ ਕਿ ਜਿਹੜੇ ਤੁਸੀਂ ਹਿੰਦੀ ਨੂੰ ਆਪਣੀ ਮਾਂ ਬੋਲੀ ਲਿਖਵਾਓ। ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਜਿਹੜੇ ਹਿੰਦੂਆਂ ਦਾ ਵੱਡਾ ਹਿੱਸਾ ਇੱਥੇ ਵਸਦਾ ਉਹ ਵੀ ਪੰਜਾਬੀ ਹੈ ਔਰ ਜਿਹੜੇ ਗੈਰ ਪੰਜਾਬੀ ਹਿੰਦੂ ਨੇ ਉਹ ਵੀ, ਉਹਨਾਂ ਦੀ ਵੀ ਜ਼ਬਾਨਾਂ ਵੱਖਰੀਆਂ ਨੇ। ਬਿਲਕੁਲ, ਕੋਈ ਗੁਜਰਾਤੀ ਹੈ, ਕੋਈ ਫੀਜੀਅਨ ਹੈ, ਕੋਈ ਤਾਮਿਲਨਾਡੂ ਦਾ ਆ, ਬਿਲਕੁਲ, ਹੈ ਨਾ। ਇਹ ਜਿਹੜੇ ਲੋਕ ਨੇ ਇਹਨਾਂ ਦੀ ਤਾਂ ਜ਼ਬਾਨ ਹਿੰਦੀ ਹੈ ਵੀ ਨਹੀਂ, ਹਿੰਦੀ ਬੋਲਣ ਵਾਲੇ ਬਹੁਤ ਥੋੜ੍ਹੀ ਗਿਣਤੀ ਹੋਏਗੀ। ਯੂਪੀ ਬਿਹਾਰ ਦੇ ਵੀ ਕੁਝ ਲੋਕ ਇੱਥੇ ਰਹਿੰਦੇ, ਪਰ ਮੁੱਖ ਤੌਰ 'ਤੇ ਜਿਹੜੇ ਭਾਈਚਾਰੇ, ਗੁਜਰਾਤੀ ਦੀ ਗੱਲ ਕਰੋ, ਤਾਮਿਲ ਦੀ ਗੱਲ ਕਰੋ, ਕਿ ਉਹਨਾਂ ਦੀ ਮਾਂ ਬੋਲੀ ਹਿੰਦੀ ਹੈ, ਉਹ ਆਪਣੇ ਆਪ ਨਾਲ ਇਮਾਨਦਾਰ ਹੋਣ। ਪਰ ਇਹੋ ਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਇਸ ਦੇ ਲਈ ਸੁਚੇਤ ਰਹਿਣਾ ਪਏਗਾ, ਇਹ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਪੰਜਾਬੀ ਲਿਖਾਓ ਆਪਣੀ ਮਾਂ ਬੋਲੀ, ਪਰ ਨਾਲ ਦੀ ਨਾਲ ਉਹ ਚੈਲੰਜ ਵੀ ਆ ਰਿਹਾ, ਉਸ ਨੂੰ ਵੀ ਸਵੀਕਾਰਨ ਲਈ ਤਿਆਰ ਰਹੋ। ਮੈਂ ਇਹ ਮਹਿਸੂਸ ਕਰਦਾ ਜਦੋਂ ਸਫਾਰਤਖਾਨਿਆਂ ਤੋਂ ਇਹ ਨਿਸ਼ਚਿਤ ਤੌਰ 'ਤੇ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਕਿ ਅਸੀਂ ਇਹ ਫੰਡਿੰਗ ਜਿਹੜੀ ਹੈ ਰਿਲੀਜ਼ ਕਰਦੇ ਹਾਂ, ਖਾਸ ਤੌਰ 'ਤੇ ਜੇ ਹਿੰਦੀ ਦੇ ਵਾਸਤੇ ਪ੍ਰੋਗਰਾਮ ਕੀਤੇ ਜਾਣ। ਜਦੋਂ ਤੁਸੀਂ ਆਪਣੇ ਦੇਸ਼ ਦੀ ਇੱਥੇ ਪ੍ਰਤੀਨਿਧਤਾ ਕਰਨ ਦੀ ਗੱਲ ਕਰਦੇ ਹੋ ਤਾਂ ਦੇਖੋ ਵੱਡੀ ਤਾਦਾਦ ਦੇ ਵਿੱਚ ਕਿਹੜੀ ਜ਼ਬਾਨ ਬੋਲਣ ਵਾਲੇ ਲੋਕ ਨੇ। ਇੱਥੋਂ ਦੀਆਂ ਤਾਂ ਬੈਂਕਾਂ ਨੇ ਵੀ ਕਿਹਾ ਕਿ ਤੁਸੀਂ ਪੰਜਾਬੀ ਦੇ ਵਿੱਚ ਗੱਲਬਾਤ ਕਰੋ ਅਤੇ ਮੁਹੱਈਆ ਕਰਤੇ ਆਪਣੇ ਪ੍ਰਤੀਨਿਧ। ਇੱਥੇ ਤਾਂ ਜਿਹੜੀਆਂ ਹੈਲਥ ਗਾਈਡ ਨੇ, ਸਿਹਤ ਸੇਵਾਵਾਂ ਦੀਆਂ, ਉਹ ਵੀ ਪੰਜਾਬੀ 'ਚ ਸਰਕਾਰ ਨੇ, ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਛਾਪੀਆਂ। ਇਹ ਤਾਂ ਵੋਟਾਂ ਪਈਆਂ ਤਾਂ ਸਾਈਨ ਵੀ ਜਿਹੜੇ ਸਨ ਉਹਨਾਂ 'ਤੇ ਵੀ ਪੰਜਾਬੀ ਲਿਖਿਆ। ਪਰ ਤੁਸੀਂ ਇਹ ਆਦੇਸ਼ ਦਿੰਦੇ ਹੋ ਕਿ ਅਸੀਂ ਹਿੰਦੀ ਦੀਆਂ ਕਲਾਸਾਂ ਤਾਂ ਮੁਫਤ ਲਾਵਾਂਗੇ, ਪਰ ਜਿਹੜੀ ਬਾਕੀ ਭਾਸ਼ਾ ਉਸੇ ਹੀ ਦੇਸ਼ ਦੇ ਵਿੱਚੋਂ ਜਿਹੜੀਆਂ ਕਮਿਊਨਿਟੀਜ਼ ਆਈਆਂ ਹੋਈਆਂ ਉਹਨਾਂ ਲਈ ਕੋਈ ਗੱਲ ਨਹੀਂ। ਇਹ ਤਾਂ ਬਹੁਤ ਵੱਡੀ ਬੇਈਮਾਨੀ ਹੈ। ਦੇਖੋ, ਮੈਂ ਇੱਕ ਵਿਅਕਤੀ ਦੀ ਗੱਲ ਕਰੂੰਗਾ, ਨਾਂ ਨਹੀਂ ਲਊਂਗਾ ਮੈਂ ਜੀ। ਉਹ ਵਿਅਕਤੀ ਕਈ ਵਾਰੀ ਲੋਕੀ ਅਚੇਤ ਮਨ ਨਾਲ ਵੀ ਗਲਤੀਆਂ ਕਰਦੇ ਆ, ਸੋ ਮੈਂ ਸ਼ੱਕ ਦੀ ਗੁੰਜਾਇਸ਼ ਦਿੰਦਾ ਹੋਇਆ ਗੱਲ ਇੱਦਾਂ ਹੋਈ ਕਿ ਉਹ ਵਿਅਕਤੀ ਕਿਸੇ ਹਸਪਤਾਲ 'ਚ ਗਿਆ ਇਲਾਜ ਕਰਵਾਉਣ ਲਈ, ਹਿੰਦੂ ਭਾਈਚਾਰੇ ਦਾ, ਪੰਜਾਬੀ ਹਿੰਦੂ ਜੀ। ਮੈਂ ਉਹਨਾਂ ਹਾਲ ਚਾਲ ਪੁੱਛਣ ਚਲਾ ਗਿਆ, ਟੱਬਰ ਵੀ ਨਾਲ ਬੈਠਾ ਸੀ, ਗੱਲਾਂ ਆਪਸ 'ਚ ਪੰਜਾਬੀ 'ਚ ਕਰ ਰਹੇ। ਉੱਥੇ ਕਿਤੇ ਬਾਈ ਚਾਂਸ ਛੋਟਾ ਜਿਹਾ ਕੋਈ ਜਾਣਕਾਰੀ ਹਿੰਦੀ 'ਚ ਲਿਖੀ ਹੋਈ ਸੀ। ਉਹ ਆਪਸ 'ਚ ਗੱਲਾਂ ਕਰਨ, ਚਲੋ ਸਾਨੂੰ ਖੁਸ਼ੀ ਹੈ ਕਿ ਹਿੰਦੀ ਨੂੰ ਵੀ ਮਾਨਤਾ ਮਿਲੀ ਹੈ। ਮੈਂ ਤਾਂ ਠਾਂ ਵੇਖਾਂ ਵੀ ਇਹਦਾ ਮਤਲਬ ਕੀ ਇਸ ਗੱਲ ਦਾ। ਤੁਸੀਂ ਪੰਜਾਬੀ 'ਚ ਗੱਲਾਂ ਕਰ ਰਹੇ ਹੋ, ਜੇ ਹਿੰਦੀ 'ਚ ਕੋਈ ਕਿਸੇ ਥਾਂ 'ਤੇ ਨਿੱਕਾ ਜਿਹਾ ਕੁਛ ਲਿਖ ਵੀ ਦਿੱਤਾ ਗਿਆ, ਇਹਦੇ 'ਚ ਐਡਾ ਵੀ ਮਤਲਬ ਖੁਸ਼ ਹੋਣ ਦੀ ਕਿਹੜੀ ਗੱਲ ਸੀ ਕਿ ਤੁਹਾਨੂੰ ਪੰਜਾਬੀ ਹੋਣ 'ਤੇ ਮਾਣ ਨਹੀਂ ਗਾ, ਤੁਹਾਨੂੰ ਪੰਜਾਬੀ ਜ਼ੁਬਾਨ 'ਚ ਜਿਹੜੇ ਸਾਈਨ ਲੱਗੇ ਉਹਨਾਂ 'ਤੇ ਮਾਣ ਮਹਿਸੂਸ ਨਹੀਂ ਹੋ ਰਿਹਾ, ਹਿੰਦੀ ਲਈ ਕੋਈ ਵੱਖਰਾ ਤੁਹਾਡਾ ਮਾਣ ਆ। ਸੋ ਮੈਂ ਨਾ ਬਹੁਤ ਇਸ ਗੱਲ ਨੂੰ ਲੈ ਕੇ ਮੈਨੂੰ ਮੇਰੇ ਮਨ 'ਤੇ ਸਿੱਧਾ ਅਸਰ ਪਿਆ ਕਿ ਉਹੋ ਜਿਹੇ ਲੋਕ ਇੱਥੇ ਵੀ ਬੈਠੇ ਹੋਣ, ਉਸ ਕਿਸਮ ਦੇ ਵਿਚਾਰਾਂ ਵਾਲੇ ਲੋਕ। ਜ਼ੁਬਾਨ ਤੁਹਾਡੀ ਮਾਂ ਬੋਲੀ ਜਿਹੜੀ ਹੈ, ਅਸਲ ਵਿੱਚ ਉਸ ਦਾ ਸਤਿਕਾਰ ਕਰੋ। ਬਿਲਕੁਲ, ਜੇ ਨਹੀਂ ਕਰ ਸਕਦੇ ਘੱਟੋ ਘੱਟ ਉਹਦੀ ਪਿੱਠ 'ਤੇ ਛੁਰਾ ਨਾ ਮਾਰੋ, ਬਿਲਕੁਲ ਅਸਿੱਧ ਕਰਨਾ ਬਣੋ, ਇੰਨੀ ਕਿ ਮੈਂ ਬੇਨਤੀ ਜ਼ਰੂਰ ਕਰੂੰਗਾ। ਬਿਲਕੁਲ। ਸੋ ਇਹ ਜਿਹੜਾ ਤੁਸੀਂ ਵੇਖੋ ਕਿ ਵਿਡੰਬਣਾ, ਉੱਥੇ ਤਾਂ ਨਰਿੰਦਰ ਮੋਦੀ ਜੇ ਪੰਜਾਬ ਜਾਵੇ ਸਿਰ 'ਤੇ ਪੱਗੜ ਬੰਨ੍ਹ ਲਊਗਾ ਜੀ, ਅਸਾਮ ਜਾਣਗੇ ਉਹੋ ਜਿਹਾ ਪਹਿਰਾਵਾ ਪਾ ਲੈਣਗੇ। ਉੱਥੇ ਤਾਂ ਤੁਸੀਂ ਵੱਖਰੇ ਵੱਖਰੇ ਸੂਬਿਆਂ 'ਚ ਜਾ ਕੇ ਉਹਨਾਂ ਦੇ ਪੁਸ਼ਾਕਾਂ ਪਾ ਕੇ ਦੱਸਣ ਦੀ ਕੋਸ਼ਿਸ਼ ਕਰਦੇ ਹੋ ਕਿ ਅਸੀਂ ਤੁਹਾਡੀ ਜ਼ੁਬਾਨ, ਤੁਹਾਡੇ ਸੱਭਿਆਚਾਰ ਦਾ ਸਤਿਕਾਰ ਕਰਦੇ ਹਾਂ। ਅਤੇ ਵਿਦੇਸ਼ਾਂ 'ਚ ਤੁਸੀਂ ਵੇਖ ਰਹੇ ਹੋ ਕਿ ਪੰਜਾਬੀਆਂ ਦਾ ਬੋਲਬਾਲਾ ਹੋਵੇ ਅਤੇ ਪੰਜਾਬੀ ਨੂੰ ਅਪਣਾਉਣ ਦੀ ਥਾਂ 'ਤੇ ਕਿ ਉਹ ਵੀ ਹਿੰਦੁਸਤਾਨੀਆਂ ਦੀ ਜ਼ੁਬਾਨ ਹੈ, ਤੁਸੀਂ ਹਿੰਦੀ ਭਾਸ਼ਾ ਨੂੰ ਠੋਸਣਾ ਚਾਹੁੰਦੇ ਹੋ। ਇਸ ਤੋਂ ਵੱਡੀ ਵਿਡੰਬਣਾ ਹੋਰ ਕੀ ਹੋ ਸਕਦੀ। ਬਿਲਕੁਲ ਜੀ, ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ, ਤੁਸੀਂ ਵਿਚਾਰ ਦਿੱਤੇ, ਹਾਰਦਿਕ ਸ਼ੁਕਰੀਆ ਜੀ, ਧੰਨਵਾਦ ਜੀ, ਸ਼ੁਕਰੀਆ। ਸੋ ਅਖੀਰ 'ਚ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ, ਜਿਹੜੇ ਕਿ ਪੰਜਾਬੀ ਜ਼ੁਬਾਨ ਲਈ, ਪੰਜਾਬੀ ਬੋਲਦੇ ਇਲਾਕਿਆਂ ਦੀ ਅਤੇ ਪੰਜਾਬ ਲਈ ਚੰਡੀਗੜ੍ਹ ਦਿੱਤਾ ਜਾਵੇ ਉਸ ਲਈ ਸ਼ਹੀਦ ਹੋਏ, ਜੋ 27 ਅਕਤੂਬਰ ਸਨ 1969 ਨੂੰ। ਕਿਉਂਕਿ ਪੰਜਾਬ ਦੇ ਇਹ ਇਲਾਕੇ ਜਿਹੜੇ ਵੰਡ ਦਿੱਤੇ ਗਏ ਸਨ, ਪੰਜਾਬ ਤੋਂ ਵੱਖ ਕਰ ਦਿੱਤੇ ਗਏ ਸਨ। ਅਰਦਾਸ ਦੀ ਮਹੱਤਤਾ ਨੂੰ ਉਹਨਾਂ ਨੇ ਕਾਇਮ ਕੀਤਾ। ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਵੰਡ ਤੋਂ ਬਾਅਦ ਦੋਨੇ ਸਮੇਂ ਉਹਨਾਂ ਨੇ ਜੋ ਕੁਰਬਾਨੀਆਂ ਕੀਤੀਆਂ, ਜੋ ਸੰਘਰਸ਼ ਕੀਤਾ, ਜੇਲ੍ਹਾਂ 'ਚ ਰਹੇ, ਉਹ ਮਹਾਨ ਹੈ। ਪਰ ਦੁੱਖ ਹੈ ਕਿ ਸਾਡੀਆਂ ਸਾਹਿਤਕ ਸੰਸਥਾਵਾਂ, ਸਾਡੀਆਂ ਸੱਜੇ ਖੱਬੇ ਦਰਮਿਆਨੇ ਪੱਖੀ ਸਾਰੇ ਹੀ ਜਿਹੜੇ ਉਹਨਾਂ ਨੇ ਉਹਨਾਂ ਨੂੰ ਭੁਲਾਇਆ, ਇਹ ਅਫਸੋਸਨਾਕ ਹੈ। ਪਰ ਦਰਸ਼ਨ ਸਿੰਘ ਫੇਰੂਮਾਨ ਲੋਕ ਨੇਤਾ ਨੇ, ਲੋਕਾਂ ਦੇ ਹਰਦਿਲ ਮਹਿਬੂਬ ਨੇ ਅਤੇ ਹਰ ਇੱਕ ਮਨ ਜਿਹੜਾ ਹੈ ਉਹਨਾਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਅੱਜ ਉਹਨਾਂ ਦੇ ਸ਼ਹੀਦੀ ਦਿਨ 'ਤੇ ਪ੍ਰੋਗਰਾਮ ਕਰਕੇ ਮਾਣ ਹੈ ਸਾਨੂੰ ਕਿ ਅਸੀਂ ਆਪਣੇ ਸ਼ਹੀਦ ਨੂੰ ਯਾਦ ਕੀਤਾ। ਆਓ ਕੈਨੇਡਾ ਦੇ ਵਿੱਚ ਪੰਜਾਬੀ ਦਾ ਜੇ ਮਰਤਬਾ ਉੱਚਾ ਰੱਖਣਾ ਹੈ ਤਾਂ ਫਿਰ ਦਰਸ਼ਨ ਸਿੰਘ ਫੇਰੂਮਾਨ ਦੇ ਨਕਸ਼ੇ ਕਦਮਾਂ 'ਤੇ ਚੱਲੀਏ, ਆਪਣੀ ਜ਼ੁਬਾਨ ਪੰਜਾਬੀ ਲਿਖਾਈਏ। ਇਹ ਚੈਨਲ ਪੰਜਾਬੀ ਹੈ, ਜਿਸ ਦਾ ਨਾਮ ਵੀ ਪੰਜਾਬੀ ਚੈਨਲ ਦੇ ਤੌਰ 'ਤੇ ਹੈ। ਅਸੀਂ ਵੀ ਇਹ ਮਹਿਸੂਸ ਕਰਦੇ ਹਾਂ, ਜਿਵੇਂ ਕਿ ਗੁਰਪ੍ਰੀਤ ਸਿੰਘ ਹੋਰਾਂ ਨੇ ਕਿਹਾ, ਪੰਜਾਬੀ ਸਾਡੀ ਸੇਵਾ ਕਰ ਰਹੀ ਹੈ, ਅਸੀਂ ਪੰਜਾਬੀ ਦੀ ਸੇਵਾ ਨਹੀਂ ਕਰ ਰਹੇ। ਜਿਹੜੇ ਮੀਡੀਆ ਕਰਮੀ ਪੰਜਾਬੀ ਦੇ ਪਿੱਠ 'ਚ ਛੁਰਾ ਮਾਰਦੇ ਨੇ ਉਹਨਾਂ ਲਈ ਅਫਸੋਸ ਹੈ, ਜਾਂ ਜਿਹੜੇ ਕਲਾਕਾਰ ਗੁਰਦਾਸ ਮਾਨ ਵਰਗੇ ਜਾਂ ਹੋਰ ਇਹ ਮਾਂ ਮਾਸੀ ਦਾ ਜਿਹੜਾ ਇੱਕ ਨਵਾਂ ਡਿਸਕੋਰਸ ਸ਼ੁਰੂ ਕਰ ਰਹੇ ਨੇ, ਉਹਨਾਂ ਲਈ ਵੀ ਸ਼ਰਮਸ਼ਾਰ ਉਹਨਾਂ ਨੂੰ ਹੋਣਾ ਚਾਹੀਦਾ। ਦਰਸ਼ਨ ਸਿੰਘ ਫੇਰੂਮਾਨ ਕੌਮ ਦੇ ਹਮੇਸ਼ਾ ਹੀ ਮਹਾਨ ਨੇਤਾ ਸਨ, ਹਨ ਅਤੇ ਰਹਿਣਗੇ। ਬਹੁਤ ਸ਼ੁਕਰੀਆ। ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।